ਮੇਰੇ ਘਰ ਜਿਹੜਾ ਬੱਚਾ ਹੈ ਇਹਦੇ ਨਾਲ ਪੰਜਾਬੀ ਚ ਗੱਲ ਹੀ ਨਾ ਕਰੋ। ਜੇ ਬਾਹਰ ਪੰਜਾਬੀ ਬੋਲੂਗਾ ਤਾਂ ਬੇਇੱਜ਼ਤੀ ਹੋਊਗੀ। ਇਹ ਕਿਉਂ ਇੱਥੇ ਤੱਕ ਚਲੇਗੀ ਪੰਜਾਬੀ? ਸਟੇਜ ਡਰਾਮੇ ਉੱਥੇ ਇਸ ਬੋਲੀ ਨੂੰ ਥੋੜਾ ਜਿਹਾ ਨਾ ਕਹਿ ਲੋ ਵੀ ਇਹਦੀ ਕਦਰ ਘਟਾਈ ਗਈ। ਜੁਗਤਾਂ, ਮਾੜੀ ਗੱਲ, ਦੋ ਮਹੀਨੇ ਵਾਲੀ ਗੱਲ। ਫਿਰ ਤੁਹਾਡੇ ਵਰਗੇ ਪੁੱਤਰਾਂ ਨੇ ਕੈਮਰੇ ਦੇ ਵਿੱਚ ਪੰਜਾਬੀ ਬੋਲੀ, ਸੋਹਣੀਆਂ ਗੱਲਾਂ ਕੀਤੀਆਂ। ਬਹੁਤ ਸਾਰੇ ਬੰਦੇ, ਕਿਸੇ ਇੱਕ ਦਾ ਆਪਾਂ ਨਾਂ ਲੈ ਹੀ ਨਹੀਂ ਸਕਦੇ। ਦੁਬਾਰਾ ਰੱਬ ਨੇ ਸ਼ਾਨ ਨੂੰ ਦਿੱਤੀ, ਫਿਰ ਲੋਕਾਂ ਨੂੰ ਸਮਝ ਆਉਣ ਲੱਗੀ ਹੌਲੀ ਹੌਲੀ। ਤੁਸੀਂ ਸੋਸ਼ਲ ਮੀਡੀਆ ਤੋਂ ਕੀ ਕਮਾਈ ਕਰ ਲੈਂਦੇ ਹੋ? ਸੋਸ਼ਲ ਮੀਡੀਆ ਦਾ ਕਹਿ ਲੋ ਵੀ ਆਪਣਾ ਡੇਰਾ ਚੱਲਦਾ। ਫਿਰ ਵੀ ਰਫਲੀ ਕਿੰਨੇ ਪੈਸੇ ਆ ਜਾਂਦੇ ਆ? ਬਾਜੇ ਟਾਈਮ 3 ਲੱਖ ਤੇ ਵੀ ਪਹੁੰਚ ਜਾਈਦਾ। 3 ਲੱਖ ਤੇ ਯਾਨੀ $1000 ਤੁਸੀਂ ਕਮਾ ਲੈਂਦੇ ਹੋ। ਹਾਂਜੀ, ਸਿਆਣੇ ਕਹਿੰਦੇ ਸੀ ਬੰਦਾ ਨਸ਼ੇ 'ਚ ਵੀ ਹੋਵੇ ਤੇ ਮਾਂ ਭੈਣ ਦੀ ਪਛਾਣ ਹੁੰਦੀ ਹੈ, ਤੇ ਇੱਥੇ ਉਹ ਮਾਂ ਭੈਣ ਦੀ ਪਛਾਣ ਹੀ ਭੁਲਾਈ ਜਾ ਰਹੇ। ਸਿਆਣੇ ਕਹਿੰਦੇ ਸੀ ਵੀ ਜਦੋਂ ਪਿਓ ਚੜ੍ਹਾਈ ਕਰ ਜਾਂਦਾ ਨਾ, ਪੱਗ ਵੱਡੇ ਭਰਾ ਦੇ ਸਿਰ ਤੇ ਬੰਨ੍ਹਦੀ ਸੀ। ਸਾਰੇ ਸਾਕ ਬੈਠੇ ਹੁੰਦੇ ਸੀ ਤੇ ਉਸ ਟਾਈਮ ਵੱਡੇ ਭਰਾ ਦੇ ਸਿਰ ਤੇ ਪੱਗ ਬੰਨ੍ਹਦੀ ਸੀ, ਸਿਰਫ ਕੀ ਉਹ ਸਾਰੇ ਰਿਸ਼ਤੇਦਾਰਾਂ ਨੂੰ ਦੱਸਣ ਵਾਸਤੇ ਵੀ ਮਰਨ ਵਾਲੇ ਦੀ ਥਾਂ ਹੁਣ ਆਹਾ ਇਹਦੀ ਗੱਲ ਚੱਲੂਗੀ। ਭੈਣਾ ਭਰਾ ਵੀ ਦੇਖ ਲੈਂਦੇ ਸੀ ਵੀ ਪੱਗ ਉਹਦੇ ਸਿਰ 'ਤੇ ਆ ਗਈ ਆ, ਵੀ ਜਿਵੇਂ ਪਿਓ ਦਾ ਅੱਖਾਂ ਮੰਨਦੇ ਸੀ ਹੁਣ ਇਹਦਾ ਉਦਾਂ ਮੰਨਣਾ। अस्सलाम वालेकुम। ਵਾਲੇਕੁਮ ਸਲਾਮ। ਪੰਜਾਬੀ ਦੁਨੀਆ ਦੀ ਕਿਹਾ ਜਾਂਦਾ ਸਾਰਿਆਂ ਤੋਂ ਮੁਸ਼ਕਿਲ ਜ਼ੁਬਾਨ ਹੈ ਅਗਰ ਇਹਨੂੰ ਸਿੱਖਣਾ ਚਾਹੋ ਤੇ। ਅਗਰ ਤੁਸੀਂ ਕੋਈ ਹੋਰ ਜ਼ੁਬਾਨ ਬੋਲਦੇ ਹੋ ਹਾਂ ਤੇ ਤੁਸੀਂ ਪੰਜਾਬੀ ਦੇ ਵਿੱਚ ਅੱਲਾਹ ਤਾਲਾ ਨੇ ਤੁਹਾਨੂੰ ਇੱਜ਼ਤ ਦਿੱਤੀ ਹੈ, ਤੇ ਤੁਸੀਂ ਦੱਸੋ ਪੰਜਾਬੀ ਕਿੰਨੀ ਆਸਾਨ ਤੇ ਕਿੰਨੀ ਮੁਸ਼ਕਲ ਆ? ਮੈਂ ਤਾਂ ਕਹੂੰਗਾ ਸੌਖੀ ਆ, ਵੀ ਇਹ ਸਾਡੇ ਅਸੀਂ ਘਰੋਂ ਸਿੱਖੀ ਆ, ਮਾਂ ਬੋਲੀ ਹੈ ਸਾਡੀ। ਸਾਡੇ ਲਈ ਸੌਖੀ ਹੋਗੀ ਨਾ। ਹਾਂ, ਸਾਨੂੰ ਸਾਰਿਆਂ ਨਾਲੋਂ ਸੌਖੀ ਇਹ ਲੱਗਦੀ ਹੈ ਪੰਜਾਬੀ। ਤੇ ਔਖੀ ਇਹ ਤਾਂ ਲੱਗੀ ਵੀ ਆਪਸ ਕੱਲਾ ਬੋਲਦੇ ਆ। ਜਿੱਦਾਂ ਅਸੀਂ ਲਿਖਣ ਚ ਆ ਗਏ ਨਾ ਤੇ ਇਹ ਵੀ ਸੌਖੀ ਹੋ ਜੂਗੀ, ਵੀ ਸਕੂਲਾਂ ਚ ਆ ਗਈ ਤੇ ਜਦੋਂ ਨਿਆਣਿਆਂ ਨੂੰ ਇਹ ਕਿਤਾਬਾਂ ਲੱਗ ਗਈਆਂ ਤੇ ਇਹ ਵੀ ਸੌਖੀ ਹੋ ਜੂਗੀ। ਹੁਣ ਦੂਈਆਂ ਬੋਲੀਆਂ ਸਾਨੂੰ ਸੌਖੀਆਂ ਕਿਉਂ ਲੱਗਦੀਆਂ? ਅੰਗਰੇਜ਼ੀ ਆ, ਹੁਣ ਜੰਮਦੇ ਨਿਆਣਿਆਂ ਦੇ ਹੱਥ 'ਚ ਫੜਾ ਨਹੀਂ ਦਿੱਤੀ ਤੇ ਉਹਨਾਂ ਨੂੰ ਸੌਖੀ ਲੱਗਣੀ, ਤੇ ਇਦਾਂ ਜੇ ਪੰਜਾਬੀ ਵੀ ਆ ਜਾਵੇ ਤਾਂ ਇਹ ਵੀ ਸੌਖੀ ਹੋ ਜੂਗੀ। ਪੰਜਾਬੀ ਬੋਲਣਾ ਹੀ ਤੋਂ ਨਾ ਬੱਚਿਆਂ ਨੂੰ ਮਨਾ ਕੀਤਾ ਜਾਂਦਾ ਹੈ। ਯਾਨੀ ਮੇਰੇ ਘਰ ਜਿਹੜਾ ਬੱਚਾ ਹੈ, ਮੇਰੇ ਘਰ ਨੂੰ ਮਨਾ ਕੀਤਾ ਜਾਂਦਾ ਇਹਦੇ ਨਾਲ ਪੰਜਾਬੀ ਚ ਗੱਲ ਹੀ ਨਾ ਕਰੋ ਇਹਦੇ ਨਾਲ। ਹਾਂ, ਕਿ ਬਾਹਰ ਪੰਜਾਬੀ ਬੋਲੂਗਾ ਤਾਂ ਬੇਇੱਜ਼ਤੀ ਹੋਊਗੀ। ਇਹ ਕਿਉਂ ਇੱਥੇ ਤੱਕ ਚਲੇਗੀ ਪੰਜਾਬੀ? ਇਹ ਗੱਲ ਨਾ ਇੱਥੇ ਤੱਕ ਮੇਰੇ ਦੇਖਣ 'ਚ ਗਈ ਸੀ, ਹੁਣ ਤਾਂ ਪਿੱਛਾ ਮੁੜ ਰਹੀ ਹੈ ਗੱਲ ਇਹ। ਥੋੜਾ ਜਿਹਾ ਰਿਵਰਸ ਗੇਅਰ ਲੱਗਾ। ਹਾਂਜੀ, ਤੇ ਅੱਲਾ ਖੈਰ ਕਰੂਗਾ। ਇੱਥੇ ਤੱਕ ਗੱਲ ਪਹੁੰਚੀ ਸੀ ਜੀ, ਇੱਕ ਵਾਰੀ ਤਾਂ ਪੰਜਾਬੀ ਦੀ ਪੱਗ ਉੱਚੀ ਕੀਤੀ ਸਾਡੇ ਰੇਡਵੇ ਦੇ ਉੱਤੇ। ਸਾਡੀ ਮਾਂ ਬੋਲੀ ਸੀ। ਸਾਡੇ ਉਸਤਾਦ ਬਾਬਾ ਨਿਜ਼ਾਮਦੀਨ ਸਾਹਿਬ, ਉਹਨਾਂ ਨੇ ਸੋਹਣੀਆਂ ਗੱਲਾਂ ਕੀਤੀਆਂ ਰੇਡਵੇ ਦੇ ਉੱਤੇ ਤੇ ਦੁਨੀਆ ਨੇ ਸੁਣੀਆਂ। ਉਹਨਾਂ ਨੇ ਸਾਡੀ ਮਾਂ ਬੋਲੀ ਦੀ ਸ਼ਾਨ ਬੜੀ ਵਧਾਈ। ਫਿਰ ਵਿੱਚੋਂ ਨਾ ਆ ਗਏ ਸਟੇਜ ਡਰਾਮੇ। ਉੱਥੇ ਇਸ ਬੋਲੀ ਨੂੰ ਥੋੜਾ ਜਿਹਾ ਨਾ ਕਹਿ ਲਓ ਵੀ ਇਹਦੀ ਕਦਰ ਘਟਾਈ ਗਈ। ਇਹਦੇ ਵਿੱਚ ਮਾੜੀਆਂ ਗੱਲਾਂ ਕੀਤੀਆਂ। ਜਦੋਂ ਮਾੜੀਆਂ ਗੱਲਾਂ ਕੀਤੀਆਂ ਨਾ, ਬਹੁਤਾ ਲੰਬਾ ਟਾਈਮ ਇਹ ਡਰਾਮਿਆਂ 'ਚ ਗੱਲਾਂ ਹੁੰਦੀਆਂ ਰਹੀਆਂ, ਸਟੇਜਾਂ ਦੇ ਡਰਾਮਿਆਂ 'ਚ। ਜੁਗਤਾਂ, ਮਾੜੀ ਗੱਲ, ਦੋ ਮਹੀਨੇ ਵਾਲੀ ਗੱਲ। ਲੋਕਾਂ ਦੇ ਦਿਮਾਗ 'ਚ ਗੱਲ ਬੈਠ ਗਈ ਵੀ ਯਾਰ ਖਬਰੇ ਇਹ ਬੋਲੀ ਇਸੇ ਕੰਮ ਨੂੰ ਵਰਤਣ ਵਾਸਤੇ ਆ, ਵੀ ਦੋ ਮਹੀਨੀਆਂ ਗੱਲਾਂ, ਮਾੜੀਆਂ ਗੱਲਾਂ, ਵੀ ਖਬਰੇ ਜੁਗਤਾਂ ਵਾਲੀ ਜ਼ਬਾਨ ਹੀ ਇਹ। ਨਹੀਂ, ਏਦਾਂ ਨਹੀਂ। ਫਿਰ ਦੌਰ ਬਦਲਿਆ। ਫਿਰ ਤੁਹਾਡੇ ਵਰਗੇ ਪੁੱਤਰਾਂ ਨੇ ਕੈਮਰੇ ਦੇ ਵਿੱਚ ਪੰਜਾਬੀ ਬੋਲੀ, ਸੋਹਣੀਆਂ ਗੱਲਾਂ ਕੀਤੀਆਂ। ਬਹੁਤ ਸਾਰੇ ਬੰਦੇ, ਕਿਸੇ ਇੱਕ ਦਾ ਆਪਾਂ ਨਾਂ ਲੈ ਹੀ ਨਹੀਂ ਸਕਦੇ, ਕਿਸੇ ਇੱਕ ਦਾ ਇਹ ਕੰਮ ਹੀ ਨਹੀਂ। ਬਹੁਤ ਸਾਰੇ ਲੋਕਾਂ ਨੇ ਜਦੋਂ ਰਲ ਕੇ ਤੇ ਇਦਾਂ ਕੈਮਰੇ 'ਚ ਬੋਲੀ, ਸੋਹਣੀਆਂ ਗੱਲਾਂ ਕੀਤੀਆਂ। ਲਿਖਾਰੀਆਂ ਨੇ ਲਿਖਿਆ, ਬੋਲਣ ਵਾਲਿਆਂ ਨੇ ਬੋਲਿਆ, ਤੇ ਸੋਸ਼ਲ ਮੀਡੀਆ ਦੇ ਉੱਤੇ ਆਇਆ, ਤੇ ਦੁਬਾਰਾ ਰੱਬ ਨੇ ਉਹ ਸ਼ਾਨ ਨੂੰ ਦਿੱਤੀ। ਫਿਰ ਲੋਕਾਂ ਨੂੰ ਸਮਝ ਆਉਣ ਲੱਗੀ ਹੌਲੀ ਹੌਲੀ, ਨਹੀਂ ਯਾਰ ਇਹ ਗਾਲਾਂ ਵਾਲੀ ਜ਼ਬਾਨ ਨਹੀਂ, ਇਹ ਜੁਗਤਾਂ ਵਾਲੀ ਜ਼ਬਾਨ ਨਹੀਂ, ਇਹ ਦੋ ਮਹੀਨੇ ਵਾਲੀ ਜ਼ਬਾਨ ਨਹੀਂ। ਸਾਡੀ ਤਾਂ ਗਾਲ ਵੀ ਮਿੱਠੀ ਹੁੰਦੀ ਹੈ। ਹਾਂ, ਅਗਰ ਪੰਜਾਬੀ ਚ ਆਪਾਂ ਕਿਸੇ ਨੂੰ ਕੱਢੀਏ। ਹਾਂ, ਮੈਂ ਕਿਹਾ ਗਾਲ ਵੀ ਸਾਡੀ ਮਿੱਠੀ ਹੁੰਦੀ ਹੈ। ਕਹਿੰਦੇ ਨੇ ਵੀ ਗਾਲ ਨਾਲ ਗੱਲ ਗੂੜੀ ਹੋ ਜਾਂਦੀ। ਹਾਂ, ਗੂੜੀ ਹੋ ਜਾਂਦੀ ਹੈ। ਯਾਨੀ ਕਿ ਤੁਸਾਂ ਦੇ ਨਜ਼ਦੀਕ ਸਟੇਜ ਡਰਾਮੇ ਔਰ ਜਿਹੜੇ ਦੂਸਰੀਆਂ ਚੀਜ਼ਾਂ ਦੀ ਪਰਫਾਰਮ ਕੀਤੀਆਂ ਗਈਆਂ ਪੰਜਾਬੀ ਦੇ ਅੰਦਰ, ਉਹ ਪੰਜਾਬੀ ਨੂੰ ਪਿੱਛੇ ਟਿਕ ਕੇ ਲੈ ਗਈਆਂ। ਹਾਂਜੀ, ਉਹ ਏਦਾਂ ਦਿਮਾਗ ਦੇ ਵਿੱਚ ਲੋਕਾਂ ਦੇ ਬੈਠੀ ਵੀ ਯਾਰ ਇਹ ਤਾਂ ਜਾਹਲੀਅਤ ਵਾਲੀ ਗੱਲ ਕਰਦੇ ਆ ਸਟੇਜਾਂ ਦੇ ਉੱਤੇ। ਉਹਨੇ ਕਿਹਾ ਖਬਰੇ ਬੋਲੀ ਜਾਹਲੀਅਤ ਵਾਲੀ ਆ। ਉਹ ਗੱਲ ਜਾਹਲੀਅਤ ਵਾਲੀ ਉੱਥੇ ਜ਼ਰੂਰ ਹੋਈ ਆ, ਬੋਲੀ ਸਾਡੀ ਜਾਹਲੀਅਤ ਵਾਲੀ ਨਹੀਂ ਸੀ। ਸਾਡੀ ਬੋਲੀ ਦੇ ਵਿੱਚ ਤਾਂ ਤੁਸੀਂ ਬਾਬੇ ਵਾਰਿਸ ਸ਼ਾਹ ਨੂੰ ਪੜ੍ਹੋ, ਆਹਾ ਵਾਹ ਵਾਹ, ਬਾਬਾ ਫਰੀਦ ਰਹਿਮਤੁल्लाह ਅਲੈਹ, ਉਹਨਾਂ ਨੂੰ ਪੜ੍ਹੋ, ਤੇ ਇਹ ਤਾਂ ਬੜੀ ਅਜ਼ਮਤਾਂ ਵਾਲੀ ਬੋਲੀ ਆ। ਹਾਂਜੀ, ਮੈਂ ਅਕਸਰ ਕਹਿੰਦਾ ਹੁੰਦਾ ਕਿ ਸਾਹਾਂ ਚ ਲਕੋ ਲੋ, ਹਾਏ ਕਿਤੇ ਹੋ ਨਾ ਕਿਤਾਬੀ ਜਾਏ, ਦੁਨੀਆ ਦੇ ਨਕਸ਼ੇ ਤੂੰ ਖੋ ਨਾ ਪੰਜਾਬੀ ਜਾਏ। ਹਾਏ। ਤੁਸਾਂ ਨੂੰ ਪੰਜਾਬੀ ਵਿੱਚ ਕੰਟੈਂਟ ਬਣਾ ਕੇ ਮਕਬੂਲੀਅਤ ਹਾਸਲ ਕਰਨ ਲਈ ਕਿੰਨਾ ਵਕਤ ਲੱਗਾ? ਕਿਹਨੂੰ ਦੇਖ ਕੇ ਸ਼ੁਰੂ ਕੀਤੀ ਜਾਂ ਇੰਜ ਹੀ ਰੱਬ ਨੇ ਬਾਂਹ ਫੜ ਲਈ? ਇਹ ਹਾਦਸੇ ਵੀ ਹੋ ਜਾਂਦੇ ਹੁੰਦੇ। ਹਾਂਜੀ, ਉਹ ਸਿਆਣੇ ਕਹਿੰਦੇ ਨਾ ਵੀ ਅੰਨੇ ਦੇ ਪੈਰ ਥੱਲੇ ਬਟੇਰਾ ਆਇਆ, ਉਹ ਸ਼ਿਕਾਰੀ ਬਣ ਗਿਆ। ਅੱਛਾ, ਮੇਰੇ ਨਾਲ ਤਾਂ ਹੋਈ ਹੈ ਏਦਾਂ। ਨਾ ਤਾਂ ਮੈਂ ਬਹੁਤਾ ਲਿਖਿਆ ਪੜ੍ਹਿਆ ਸੀਗਾ, ਤੇ ਨਾ ਬਹੁਤਾ ਜਾਣੀ ਜਾਣ ਸੀ। ਸਾਡੇ ਕੋਈ ਕਹਿ ਲਓ ਵੀ ਕੁਨਬੇ ਦੇ ਵਿੱਚ ਬੰਦਾ ਕੈਮਰੇ 'ਚ ਨਹੀਂ ਸੀ ਆਉਂਦਾ। ਮੈਂ ਤਾਂ ਚਲੋ ਆਇਆ ਰੱਬੀ ਸਬੱਬੀ, ਤੇ ਮੇਰੀ ਪਹਿਲੇ ਦਿਨ ਹੀ ਰੱਬ ਨੇ ਬਾਂਹ ਫੜ ਲਈ। ਪਹਿਲੀ ਗੱਲ ਮੈਂ ਜਦੋਂ ਕੈਮਰੇ 'ਚ ਕੀਤੀ, ਉਹੀ ਲੋਕਾਂ ਨੇ ਪਸੰਦ ਕੀਤੀ, ਤੇ ਮੈਂ ਉਹਨਾਂ ਲੋਕਾਂ ਦਾ ਵੀ ਸ਼ੁਕਰਗੁਜ਼ਾਰ ਹਾਂ, ਮੈਂ ਰੱਬ ਦਾ ਵੀ ਸ਼ੁਕਰਗੁਜ਼ਾਰ ਹਾਂ, ਤੇ ਮੈਨੂੰ ਤਾਂ ਸੌਖੀ ਲੱਭ ਗਈ।
ਸੌਖੀ ਪੰਜਾਬੀ ਲੱਗਦੀ। ਦੇ ਵਿੱਚ। ਹਾਂ, ਮੈਂ ਕਿਦਾਂ ਕਹਿ ਦਵਾਂ ਵੀ ਪੰਜਾਬੀ ਔਖੀ। ਲੋਕ ਫੋਨ ਕਰਕੇ ਕੀ ਕਹਿੰਦੇ ਆ? ਲੋਕ ਹਲਾਸ਼ਰੀ ਦਿੰਦੇ, ਥਾਪੜਾ ਦਿੰਦੇ। ਗੱਲ ਦੱਸੋ, ਉਹ ਗੱਲ ਜਿਹੜੀ ਥਾਪੜੇ ਵਾਲੀ ਗੱਲ ਹੁੰਦੀ ਹੈ ਉਹ ਕੀ ਹੁੰਦੀ ਹੈ? ਹੁਣ ਤੁਸੀਂ ਦੇਖੋ ਵੀ ਅਗਲੇ ਦਿਨ ਇੱਕ ਬੰਦਾ ਚੰਦ ਤਾਰਾ ਬਣਾ ਕੇ ਲਿਆ, ਹਾਂ ਉਹ ਜੇ ਇੱਥੇ ਕਿਤੇ ਕੋ ਨਿਆਣਾ ਹੈ ਮੈਂ ਤੁਹਾਨੂੰ ਮੰਗਾ ਕੇ ਦਿਖਾਣਾ, ਚੰਦ ਤਾਰਾ ਉਹ ਜਿਹੜਾ ਫੌਜੀਆਂ ਨੂੰ ਦਿੰਦੇ, ਹਾਂ, ਉਹਨੇ ਮੈਨੂੰ ਦਿੱਤਾ ਲਿਆ। ਵਾਹ ਵਾਹ। ਹਾਂ, ਇਸੇ ਗੱਲ 'ਚ, ਪੰਜਾਬੀ ਦੀ ਗੱਲ 'ਚ। ਤੇ ਉਹ ਬੰਦੇ ਬੜੀ ਹਲਾਸ਼ੇਰੀ ਦਿੰਦੇ। ਉਹ ਕਹਿੰਦੇ ਆ ਵੀ ਹੁਣ ਜਿਹੜਾ ਅਸੀਂ ਕੋਈ ਵਸੇਬ ਦਿਖਾਉਂਦੇ ਆ, ਆਪਣੀ ਕੋਈ ਰਹਿਤਰ ਬੈਤਲ ਦਿਖਾਉਂਦੇ ਆ, ਉਹ ਬੰਦਿਆਂ ਨੂੰ ਚੇਤੇ ਆਂਦੀ ਆ। ਬੰਦੇ ਆਪਣੇ ਨਿਆਣਿਆਂ ਨੂੰ ਟੀਵੀਆਂ ਤੇ, ਵੱਡੇ ਟੀਵੀਆਂ ਤੇ ਲਾ ਕੇ ਦਿਖਾਉਂਦੇ ਵੀ ਦੇਖੋ ਅੱਜ ਹੁਣ ਅਸੀਂ ਬੇਲਣਾ ਚਲਾ ਰਹੇ ਆ ਅੱਜ ਕੱਲ, ਹਾਂਜੀ। ਤੁਹਾਡੇ ਆਂਦਿਆਂ ਵੀ ਚੱਲ ਰਿਹਾ ਸੀ। ਉਹ ਲੋਕ ਵੱਡੇ ਟੀਵੀਆਂ ਤੇ ਆਪਣੇ ਨਿਆਣਿਆਂ ਨੂੰ, ਬਾਲਾਂ ਨੂੰ ਦਿਖਾਉਂਦੇ ਆ ਵੀ ਆਹ ਇਦਾਂ ਬੇਲਣਾ ਚੱਲਦਾ ਸੀ, ਵੀ ਪਿਛੋਕੜ ਚੇਤੇ ਕਰਾਉਂਦੇ ਆ। ਤੇ ਕੋਈ ਗੱਲ ਜਿਹੜੀ ਸਾਨੂੰ ਬਜ਼ੁਰਗਾਂ ਕੋਲ ਲੱਭਦੀ ਆ ਅਸੀਂ ਗਾਂ ਪਹੁੰਚਾ ਦਿੰਨੇ ਵੀ ਕਿਸੇ ਦੇ ਕੋਈ ਝੋਲੀ 'ਚ ਪੈ ਜਾਵੇ ਕੁਛ। ਬਿਲਕੁਲ ਠੀਕ। ਆਪਾਂ ਬਹੁਤ ਸਾਰੇ ਲੋਕਾਂ ਨੂੰ ਮਿਲਣ ਜਾਈਦਾ, ਹਾਂਜੀ, ਬਹੁਤ ਸਾਰੇ ਸਿਤਾਰਿਆਂ ਦੇ ਨਾਲ, ਮਸ਼ਹੂਰ ਬੰਦੇ ਨੂੰ ਹੀ ਇੰਟਰਵਿਊ ਕੀਤਾ ਜਾ ਸਕਦਾ ਹੈ ਤਾਂ ਹਾਂ, ਜ਼ਿਆਦਾਤਰ ਉਹਨਾਂ ਨਾਲ ਹੀ ਮੁਲਾਕਾਤ ਰਹਿੰਦੀ ਆ, ਉਹਨਾਂ ਕੋਲ ਜਾਈਦਾ। ਮਾਸ਼ਾਅੱਲਾ ਅਸੀਂ ਤੁਹਾਡਾ ਕੰਮ ਦੇਖਦੇ ਆ। ਅੱਲਾਹ ਤੁਸੀਂ ਤੁਹਾਨੂੰ ਏਦਾਂ ਇਸ ਤਰ੍ਹਾਂ ਦੇ। ਤੇ ਅੱਜ ਨਾ ਆਪਾਂ ਜੇਲਮ ਤੋਂ ਮੰਡੀ ਤੋਂ ਫੈਸਲਾਬਾਦ, ਆਪ ਤੁਹਾਡੇ ਕੋਲ ਅੱਗੇ ਇਲਾਕਾ ਵਾ, ਇੱਥੇ ਪਹੁੰਚੇ ਆ। ਫੈਸਲਾਬਾਦ ਵੀ ਪਿੱਛੇ ਰਹਿ ਗਿਆ ਬੜਾ ਪੈਂਡਾ ਕੀਤਾ। ਤੇ ਥਕਾਵਟ ਸ਼ਾਵਟ ਹੋ ਜਾਂਦੀ ਹੈ, ਬੰਦਾ ਥੋੜਾ ਡਾਊਨ ਵੀ ਹੋ ਜਾਂਦਾ। ਪਰ ਤੁਸੀਂ ਸਾਨੂੰ ਜਿਹੜਾ ਉੱਥੇ ਆ ਕੇ ਅਸੀਂ ਮਿਲੇ ਹੋ, ਜਿਹੜੀ ਸਮਾਈਲ ਤੇ ਇੱਕ ਐਕਟ ਹੈ, ਜਿਹੜੀ ਤੁਸੀਂ ਜੁੱਤੀ ਨਹੀਂ ਪਾਈ, ਤੁਸੀਂ ਜੁੱਤੀ ਬਗੈਰ ਹੀ ਤਾਂ ਚਲੇ ਗਏ ਹੋ, ਇਹ ਪਬਲਿਸਿਟੀ ਲਈ ਕਰਦੇ ਹੋ ਜਾਂ ਅੰਦਰ ਹੀ ਇਦਾਂ ਦਾ ਹੈ? ਨਹੀਂ, ਜੁੱਤੀ ਜਿਹੜੀ ਮੈਂ ਪਾਈ ਹੋਈ ਸੀ ਉਹ ਤਾਂ ਟੁੱਟ ਗਈ ਸੀ ਤੇ ਦੂਈ ਪਾਉਣ ਵਾਸਤੇ ਘਰੇ ਜਾਣਾ ਪੈਣਾ ਸੀ। ਉਹ ਤਾਂ ਮੈਂ ਕੰਮ ਵੇਲਣੇ ਤੇ ਕੰਮ ਕਰ ਰਿਹਾ ਤੇ ਨੰਗੇ ਪੈਰੀ ਕਰ ਰਿਹਾ ਸੀ। ਜੋ ਤੁਹਾਨੂੰ ਦੇਖਿਆ ਮੈਨੂੰ ਚਾਅ ਬੜਾ ਲੱਗਿਆ। ਹਾਂ, ਤੁਸੀਂ ਇੰਨੀ ਦੂਰ ਤੁਹਾਨੂੰ ਦੇਖ ਰਹੇ ਆ, ਬੜੇ ਚਿਰ ਦਾ ਦੇਖ ਰਹੇ ਆ। ਰੱਬ ਤੁਹਾਨੂੰ ਕਾਮਯਾਬ ਕਰੇ। ਤੇ ਤੁਹਾਡੇ ਨਾਲ ਉਸਤਾਦ ਸਹੇਲ ਗੋਂਦਲ ਸਾਹਿਬ ਸੀ ਤੇ ਉਹ ਬੜਾ ਚੰਗਾ ਲੱਗਾ ਮੈਨੂੰ, ਚਾਅ ਹੀ ਇੰਨਾ ਲੱਗਾ ਮੈਂ ਭੱਜ ਕੇ ਗਿਆ ਜੀ। ਹਰ ਆਮੋ ਖਾਸ ਨੂੰ ਇਦਾਂ ਹੀ ਮਿਲਣ ਜਾਂਦੇ ਹੋ? ਹਾਂਜੀ, ਅਸੀਂ ਸਾਰੇ ਤੁਹਾਡੇ ਆਉਣ ਤੋਂ ਪਹਿਲਾਂ ਵੀ ਇੱਥੇ ਮੇਲਾ ਲੱਗਾ ਸੀ। ਬੰਦੇ ਲਈਏ ਤੋਂ ਆਏ ਸੀ, ਚਿਸ਼ਤੀਆਂ ਤੋਂ ਆਏ ਸੀ, ਸਿਆਲਕੋਟ ਤੋਂ ਆਏ ਸੀ। ਅਸੀਂ ਉਹਨਾਂ ਨੂੰ ਰੋਹ ਵੀ ਪਿਆ, ਤੱਤਾ ਗੁੜ ਵੀ ਖਵਾਇਆ ਤੇ ਬਹਾਇਆ ਵੀ। ਸ਼ਾਦੀ ਹੋ ਗਈ ਹੈ? ਹਾਂਜੀ, ਵਿਆਹ ਹੋਇਆ ਹੈ। ਬੇਗਮ ਤੋਂ ਡਰ ਲੱਗਦਾ? ਨਹੀਂ, ਮੈਂ ਡਰਨਾ ਕਾਹਦੇ ਵਾਸਤੇ? ਆਪਾਂ ਮੁਖਤਲਿਫ ਤਰ੍ਹਾਂ ਦੇ ਡਰ ਹੁੰਦੇ ਨੇ। ਭਾਂਡੇ ਧੋਣ ਦਾ ਡਰ ਹੁੰਦਾ ਹੈ, ਕੱਪੜੇ ਧੋਣ ਦਾ ਡਰ ਹੁੰਦਾ ਹੈ, ਘਰ ਨਾ ਵੜਨ ਦਾ ਡਰ ਹੁੰਦਾ ਹੈ। ਇਹ ਕੁਦਰਤੀ ਤਾਂ ਡਰ ਹੁੰਦਾ, ਇੱਕ ਹਰ ਬੰਦੇ ਨੂੰ ਹੁੰਦਾ। ਇਹ ਠੀਕ ਹੈ। ਕੁਦਰਤੀ ਜੀ ਗੱਲ ਹੈ। ਪਰ ਇਹ ਆ, ਮੈਂ ਕਹਿੰਦਾ ਆਪਦੀ ਘਰ ਦੀ ਨਾ ਬਣਾ ਕੇ ਰੱਖੋ। ਹੁਣ ਸਾਡੇ ਕੋਲ ਪ੍ਰਾਹੁਣੇ ਆਂਦੇ ਇੱਥੇ, ਹੁਣ ਦਿਹਾੜੀ ਦੇ ਨਾ ਜੇ ਐਵੇਂ ਜਾਣ ਵੀ ਤਾਂ 50-60 ਕੱਪ 70 ਕੱਪ ਚਾਹ ਦੇ ਬਣਦੇ ਆ। ਤੇ ਉਹ ਜੇ ਹੁਣ ਮੈਂ ਵੇਰ ਕੇ ਰਹਾਂ ਤੇ ਉਹ ਭਲਾ ਬਣਾਉਂਦੀ, ਇਦਾਂ ਬਣਾ ਕੇ ਰੱਖਣੀ ਪੈਂਦੀ ਆ। ਤੇ ਉਹ ਫੇਰ ਡਰ ਲੱਗਦਾ ਮਾੜਾ ਚੰਗਾ? ਇਹ ਕੁਦਰਤੀ ਹੀ ਹੁੰਦਾ ਮਾੜਾ ਮੋਟਾ, ਉਂਝ ਮੈਂ ਕੋਈ ਨਹੀਂ ਡਰਦਾ। ਉਹ ਕੁਦਰਤੀ ਹੁੰਦਾ, ਵੈਸੇ ਡਰਦੇ ਕੋਈ ਨਹੀਂ। ਹਾਂ, ਮੁਹੱਬਤ ਆਈ ਹੈ ਜ਼ਿੰਦਗੀ 'ਚ ਕਦੇ? ਇਹ ਜੀ ਬਗੈਰ ਪਿਆਰ ਤੋਂ ਤਾਂ ਕੁਛ ਹੈ ਹੀ ਨਹੀਂ। ਅੱਛਾ, ਹਾਂਜੀ, ਤੇ ਜੰਮਦੇ ਲਾਈ ਬੰਦਾ ਮਾਂ ਪਿਓ ਨਾਲ ਪਿਆਰ ਕਰਦਾ। ਮੈਂ ਉਸ ਪਿਆਰ ਦਾ ਨਹੀਂ ਪੁੱਛ ਰਿਹਾ, ਉਹ ਤਾਂ ਸਾਰਿਆਂ ਨੂੰ ਹੁੰਦਾ ਹੈ। ਹਾਂਜੀ, ਇੱਕ ਹੋਰ ਪਿਆਰ ਹੁੰਦਾ ਹੈ ਕਿਸੇ ਦੋਸ਼ੀਜ਼ਾ ਨਾਲ ਜਿਹੜਾ ਹੋ ਜਾਂਦਾ ਹੈ। ਨਹੀਂ ਉਹ ਕੋਈ ਨਹੀਂ ਏਦਾਂ ਹੈ ਨਾ। ਹੁਣ ਡਰ ਨਿਕਲ ਆਇਆ ਨਾ? ਨਹੀਂ ਉਹ ਏਦਾਂ ਤਾਂ ਹੁਣ ਤੁਸੀਂ ਕਿਹਾ ਪਿਆਰ ਤੋਂ ਬਗੈਰ ਖਾਲੀ ਹੈ ਹੀ ਨਹੀਂ ਕੋਈ। ਨਹੀਂ, ਉਹ ਮੈਂ ਕਹਿੰਦਾ ਵੀ ਉਂਝ ਵੀ ਮਿੰਟ ਵੀ ਨਹੀਂ ਟੱਪਦਾ ਪਿਆਰ ਤੋਂ ਬਗੈਰ ਬਿਨਾ। ਹੁਣ ਆਪਾਂ ਗੱਲ ਪਿਆਰ ਨਾਲ ਨਹੀਂ ਬੈਠੇ ਕਰ ਰਹੇ। ਹੱਦ ਏਦਾਂ ਹੀ ਹੈ। ਹਾਂ, ਮੈਂ ਉਹ ਗੱਲ, ਲੇਕਿਨ ਜਿਹੜੇ ਮੈਂ ਪਿਆਰ ਦਾ ਕਹਿ ਰਿਹਾ ਨਾ ਉਹ ਤਾਂ ਉਸ ਪਿਆਰ ਨੇ ਤਾਂ ਸਾਡੀ ਕਹਿ ਲਓ ਵੀ ਇਹ ਨਵੀਂ ਨਸਲ ਨੂੰ ਆਵਾਜ਼ਾਰੀ ਬਣਾਤੀ। ਹਾਂ, ਉਹ ਤਾਂ ਕੋਈ ਰਹੇ ਨਹੀਂ। ਉਹ ਅੱਗੇ ਇਹ ਹੁੰਦਾ ਹੀ ਨਹੀਂ ਸੀ, ਘੱਟ ਹੁੰਦਾ ਸੀ। ਕਦੇ ਨਿੱਕੇ ਹੁੰਦਿਆਂ ਹਾਂ, ਕੋਈ ਫਸਲਾਂ 'ਚ ਕਿਸੇ ਨਾਲ ਨਜ਼ਰ ਹੋ ਗਈ, ਪਹਿਲੀ ਨਜ਼ਰ 'ਚ ਹੀ ਕਈ ਦਫਾ ਪਿਆਰ ਹੋ ਜਾਂਦਾ ਇਨਸਾਨ ਨੂੰ। ਨਹੀਂ, ਇਹ ਨਾ ਕੁਦਰਤੀ ਗੱਲ ਆ ਕਿ ਮੈਂ ਨਿੱਕੇ ਲਾ ਤੋਂ ਨਾ ਆਪਣੇ ਬਜ਼ੁਰਗਾਂ ਦੇ ਕੋਲ ਬਹੁਤਾ ਰਹਿਣਾ। ਤੁਸੀਂ ਹੁਣ ਵੀ ਦੇਖਿਆ ਹੋਣਾ, 4 ਬਾਬੇ ਮੇਰੇ ਲਾਗੇ ਬੈਠੇ ਜਦੋਂ ਤੁਸੀਂ ਆਏ। ਤੇ ਮੈਂ ਗੱਲ ਕਰਦਾ ਹੁੰਦਾ, ਮੈਂ ਤਾਂ ਇਹ ਗੱਲ ਕੈਮਰੇ 'ਚ ਵੀ ਬੜੀ ਵਾਰੀ ਕੀਤੀ ਹੈ ਕਿ ਜਿਹੜਾ ਨਾ ਧੀ ਭੈਣ ਦੀ ਪਛਾਣ ਹੋਣੀ ਚਾਹੀਦੀ। ਹਾਂ, ਸਾਡਾ ਕੰਮ ਆ ਸਬਜ਼ੀ ਦਾ। ਸਾਡੇ ਕੋਲ ਲੇਬਰਾਂ ਦੀਆਂ ਮਾਵਾਂ ਹੁੰਦੀਆਂ, ਧੀਆਂ ਹੁੰਦੀਆਂ, ਭੈਣਾਂ ਹੁੰਦੀਆਂ। ਤੇ ਉਹਨਾਂ ਨੂੰ ਇਦਾਂ ਲੱਗੇ ਵੀ ਜਿਵੇਂ ਅਸੀਂ ਆਪਦੇ ਘਰੇ ਫਿਰ ਰਹੇ ਹਾਂ, ਬੇਡਰ ਹੋ ਕੇ ਉਹ ਆ ਕੇ ਕੰਮ ਕਰਨ, ਆਪਣੀ ਰੋਜ਼ੀ ਕਮਾ ਰਹੀਆਂ। ਤੇ ਮੈਂ ਕਦੀ ਕੈਮਰੇ ਦੇ ਵਿੱਚ ਕੋਈ ਬੀਬੀ ਵੀ ਨਹੀਂ ਲੈ ਕੇ ਆਇਆ। ਕਿਉਂ? ਜੇ ਮੈਂ ਆਪਣੀ ਮਾਂ ਭੈਣ ਲਿਆਂਦਾ, ਮੈਂ ਕਿਸੇ ਦੀ ਕਿਉਂ ਲਿਆਵਾਂ? ਲੇਬਰ ਵੀ ਚਾਹੇ ਲੱਗੀ ਹੋਵੇ। ਤੇ ਇਹ ਸੁਨੇਹਾ ਤਾਂ ਅਸੀਂ ਜ਼ਰੂਰ ਦਿੰਨੇ ਆ ਵੀ ਜਿਹੜਾ ਹੈ ਨਾ ਧੀਆਂ ਦੀ ਕਦਰ, ਅੱਖ ਦੀ ਹਯਾ, ਇਹ ਦੁਬਾਰਾ ਉਦਾਂ ਹੀ ਹੋਵੇ ਜਿਵੇਂ ਸਾਡੇ ਬਜ਼ੁਰਗਾਂ ਨੇ ਦੱਸਿਆ ਸੀ ਸਾਨੂੰ। ਤੇ ਇਨਸ਼ਾਅੱਲਾ ਹੋਊਗੀ ਇਹ। ਇਨਸ਼ਾਅੱਲਾ ਜੀ, ਇਨਸ਼ਾਅੱਲਾ। ਹੁਣ ਤੇ ਅਗਲੇ ਦਿਨ ਮੈਂ ਦੇਖਿਆ ਕਿ ਪੰਜਾਬ ਵਿੱਚ ਵੀ ਬੋਰਡ ਲੱਗ ਗਏ ਜਿਹਦੇ ਤੇ ਗਵਰਨਮੈਂਟ ਨੇ ਲਗਾਏ, ਜਿਹਦੇ ਉੱਤੇ ਪੰਜਾਬੀ ਲਿਖੀ ਹੋਈ ਹੈ। ਮਾਸ਼ਾਅੱਲਾ, ਇਹ ਬੜੀ ਵੱਡੀ ਕਾਮਯਾਬੀ। ਦੇਖੀਏ ਤੁਸੀਂ ਉਹ? ਮੈਂ ਉਹ ਦੇਖਿਆ ਜੀ। ਮੈਂ ਤਾਂ ਬਲਕਿ ਇਹ ਤੁਹਾਡੇ ਕੈਮਰੇ ਦੇ ਰਾਹੀਂ ਮੁਬਾਰਕਬਾਦ ਦਊਂਗਾ ਪੂਰੇ ਪੰਜਾਬ ਨੂੰ
ਵੀ ਇੱਥੇ ਤੱਕ ਪਹੁੰਚਿਆ। ਤੇ ਜਿਹੜੇ ਸਾਡੇ ਪੁੱਤਰਾਂ ਨੇ ਮਿਹਨਤ ਕੀਤੀ ਆ, ਜਿਨ੍ਹਾਂ ਦੇ ਵਿੱਚ ਨਾਸਰ ਢਿੱਲੋਂ ਸਾਹਿਬ ਆ, ਵਕਾਰ ਪਿੰਡਰ ਸਾਹਿਬ ਆ, ਆਦਲ ਸਾਹਿਬ ਆ, ਜਿੰਨੇ ਸਾਡੇ ਭਰਾ ਆ, ਜਿਨ੍ਹਾਂ ਨੇ ਵੀ ਇਹ ਹਿੱਸਾ ਪਾਇਆ ਤੇ ਇੱਥੇ ਤੱਕ ਪਹੁੰਚੇ ਆ, ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕ ਹੋਵੇ। ਬਿਲਕੁਲ ਇਦਾਂ ਹੀ ਹੈ। ਹਾਂਜੀ, ਇਹ ਮੁਬਾਰਕੀ ਦੀ ਗੱਲ ਹੈ। ਮੁਬਾਰਕ ਦੀ ਗੱਲ ਹੈ ਕਿ ਜਿਹੜਾ ਤੁਸੀਂ ਇਹ ਗਵਰਨਮੈਂਟ ਲੈਵਲ ਦਾ ਜਿਹੜਾ ਚੀਜ਼ ਨੂੰ ਐਕਨੋਲਜ ਕੀਤਾ ਜਾਏ ਤੇ ਮੁਬਾਰਕ ਦੀ ਗੱਲ ਆ ਵੀ ਅਸੀਂ ਇੱਥੇ ਤੱਕ ਪਹੁੰਚ ਗਏ ਆ। ਬਿਲਕੁਲ ਠੀਕ ਆ। ਮੈਨੂੰ ਇਹ ਦੱਸੋ, ਬੱਚੇ ਕਿਤਨੇ ਆ ਆਪਣੇ? ਮੇਰੇ ਕੋਲ 2 ਮੁੰਡੇ ਆ। 2 ਬੇਟੇ ਆ? ਹਾਂਜੀ। ਕੀ ਨਾਂ ਰੱਖਿਆ ਹੋਇਆ ਉਹਨਾਂ ਦਾ? ਮੇਰੇ ਨਾਲ ਜੀ ਅੱਬੂ ਦਾ ਨਾਮ ਆ ਸਰਦਾਰ ਅਹਿਮਦ। ਸਰਦਾਰ ਅਹਿਮਦ। ਵੱਡੇ ਮੁੰਡੇ ਦਾ ਨਾਮ ਮੈਂ ਇਹੀ ਰੱਖਿਆ, ਸਰਦਾਰ ਅਹਿਮਦ। ਤੇ ਨਿੱਕੇ ਦਾ ਹਸਨ ਸਰਦਾਰ ਰੱਖਿਆ। ਹਸਨ ਸਰਦਾਰ ਮੇਰੇ ਅੱਬੂ ਨੇ। ਕਿਤਨੀ ਉਮਰ ਹੈ ਉਹਨਾਂ ਦੀ? ਇੱਕ 6 ਸਾਲ ਦਾ, ਇੱਕ 4 ਸਾਲ ਦਾ। ਕੀ ਚਾਹੁੰਦੇ ਹੋ ਵੱਡੇ ਹੋ ਕੇ ਕੀ ਬਣਨ? ਬੰਦੇ ਦੇ ਪੋਤੀ ਬਣ ਜਾਣ, ਮੈਂ ਤਾਂ ਕਹਿੰਦਾ। ਉਹ ਤੇ ਹੈ ਨਾ। ਨਹੀਂ ਬਈ, ਜਿਹੜਾ ਨਾ ਸਾਡੀ ਡੀਟੀ ਅਸਲ 'ਚ ਕੀ ਆ, ਜਿਹੜਾ ਅਸੀਂ ਕਹਿੰਦੇ ਵੀ ਇੱਕ ਤੀਵੀਂ ਬੰਦਾ ਰਲਦੇ ਆ, ਇੱਕ ਘਰ ਬਣਾਉਂਦੇ ਆ, ਸਾਡੀ ਡੀਟੀ ਅਸਲ 'ਚ ਇਹੀ ਆ ਕਿ ਅਸੀਂ ਆਪਣੇ ਨਿਆਣਿਆਂ ਨੂੰ ਨਾ ਸੁਲਝਾਓ ਦਈਏ, ਉਹਨਾਂ ਨੂੰ ਚੰਗੇ ਮਾੜੇ ਦਾ ਦਸੀਏ, ਨਿੱਕੇ ਵੱਡੇ ਦਾ ਦਸੀਏ। ਅਸਲ ਇਹ ਸ਼ੈਵਾਂ ਸਾਡੀ ਡੀਟੀ ਰੱਬ ਨੇ ਇਹ ਲਾਈ ਆ ਮਾਂ ਪਿਓ ਦੀ, ਵੀ ਉਹਨਾਂ ਦੀ ਪਰਵਰਿਸ਼ ਚੰਗੀ ਕਰੋ। ਬਾਕੀ ਤਲੀਮ ਆ, ਰੋਜ਼ੀ ਆ, ਉਹ ਤਾਂ ਰੱਬ ਦੇ ਵਾਸ ਆ। ਬੰਦੇ ਨੂੰ ਕੋਈ ਸ਼ਖਸ ਪਸੰਦ ਹੁੰਦਾ ਹੈ, ਕਹਿੰਦਾ ਯਾਰ ਐਦਾਂ ਤਾਂ ਮੇਰਾ ਮੁੰਡਾ ਹੋ ਜੇ ਨਾ, ਖਵਾਇਸ਼ ਹੁੰਦੀ ਹੈ ਦਿਲ ਦੇ ਵਿੱਚ, ਉਹ ਕੋਈ ਹੈ? ਨਹੀਂ, ਪਸੰਦ ਤਾਂ ਬਥੇਰੇ ਆ ਮੈਨੂੰ। ਇਦਾਂ ਹੁਣ ਕਿਹੜੇ ਦੀ ਗੱਲ ਕਰੀਏ? ਜਿੱਦਾਂ ਜਿਹੜਾ ਚੰਗਾ ਲੱਗਦਾ, ਦਿਲ ਦੇ ਕਰੀਬ ਹੁੰਦਾ। ਹਾਂ, ਮੁੰਡਾ ਉਦਾਂ ਦਾ ਹੋ ਜੇ, ਮੁੰਡਾ ਉਦਾਂ ਦਾ ਹੋ ਜੇ, ਮੇਰੇ ਵਰਗਾ ਹੀ ਹੋ ਜੇ। ਹਾਂ, ਇਹ ਸਭ ਤੋਂ ਵਧੀਆ ਗੱਲ। ਹਾਂ, ਮੇਰੇ ਵਰਗਾ ਹੀ। ਇਹ ਕਹਿਣਾ ਸਭ ਤੋਂ ਮੁਸ਼ਕਲ ਹੈ ਕਿ ਮੇਰੇ ਵਰਗਾ ਹੋ ਜੇ। ਹਾਂ, ਇਹ ਗੱਲ ਕਹਿਣਾ ਸਭ ਤੋਂ ਮੁਸ਼ਕਲ ਹੈ ਕਿ ਮੇਰੇ ਵਰਗਾ ਹੋ ਜੇ। ਕੀ ਕਹਿੰਦੇ ਜੀ, ਕੀ ਕਹਿੰਦੇ? ਉਸ ਤੋਂ ਇਲਾਵਾ ਜਿਹੜਾ ਤੁਸੀਂ ਇਹ ਫਸਲ ਹੈ ਜਿਹੜੀ ਤੁਸੀਂ ਕੋਲ, ਤੁਹਾਡੇ ਕੋਲ ਜ਼ਮੀਨ ਕਿਤਨੀ ਹੈ, ਰਕਬਾ ਆਪਣਾ ਜ਼ਾਤੀ ਕਿਤਨਾ ਹੈ? ਹਾਂਜੀ। ਤੇ ਹੁਣ ਤੁਸੀਂ ਕੀ ਫਸਲ ਕਾਸ਼ ਕਰਦੇ ਹੋ? ਰਕਬੇ ਤਾਂ ਹੁਣ ਆਦਲ ਸਾਹਿਬ ਦੇਖੋ ਗਾਂ ਵਨੀਂਦੇ ਜਾਂਦੇ ਆ। ਹੁਣ ਸਾਡੇ ਦਾਦੇ ਕੋ ਮਰੱਬਾ, ਗਾਂ 2 ਭਰਾ ਸੀ ਅੱਬੇ ਹੋਣੀ, ਅੱਧਾ ਮਰੱਬਾ ਆ ਗਿਆ। ਅਸੀਂ ਗਾਂ 4 ਭਰਾ, ਗੱਲ ਕਿੱਲਿਆਂ ਤੇ ਆ ਗਈ। ਤੇ ਗਾਂ ਹੁਣ ਅਸੀਂ ਠੇਕੇ ਤੇ ਲਿਆ ਹੈ ਮਰੱਬਾ। ਠੀਕ ਹੈ। ਤੇ ਸਾਡਾ ਕੰਮ ਆ ਬਹੁਤਾ ਸਬਜ਼ੀ ਦਾ, ਟਨਲ ਫਾਰਮਿੰਗ ਸਾਦੇ। ਤੇ ਉਹਦੇ ਚ ਅਸੀਂ ਕਰੇਲਾ, ਖੀਰਾ, ਮਰਚਾਂ, ਮੋਟੀ ਮਰਚਾਂ, ਇਦਾਂ ਅਸੀਂ ਉਹ ਸ਼ੈਵਾਂ ਲਾਉਂਦੇ। ਹੁਣ ਕੀ ਲੱਗੇ ਹੋਇਆ? ਇਸ ਟਾਈਮ ਮੋਟੀ ਮਿਰਚ ਲੱਗੀ ਆ, ਸ਼ਿਮਲਾ ਮਿਰਚ ਨੂੰ ਕਹਿੰਦੇ ਆ। ਸ਼ਿਮਲਾ ਮਿਰਚ ਲੱਗੀ ਆ, ਹਰੀ ਮਿਰਚ ਲੱਗੀ ਆ। ਠੀਕ ਆ। ਤੇ ਖੀਰਾ ਹੁਣ ਅਸੀਂ ਦੁਬਾਰਾ ਲਾਉਣ ਲੱਗੇ ਆ ਪੱਟ ਕੇ। ਠੀਕ ਹੈ। ਤੇ ਕਰੇਲਾ ਲੱਗਾ, ਗੋਭੀ ਆ ਸਾਡੀ ਵਿਕ ਗਈ, ਟਮਾਟਰ ਅਸੀਂ ਲਾ ਲਏ, ਇਦਾਂ ਰਲਾ ਮਿਲਾ ਕੇ ਲਾਣੇ। ਤੇ ਸਾਡੇ ਏਰੀਆ ਦੇ ਅੰਦਰ ਨਾ ਜ਼ਿਆਦਾਤਰ ਗੰਦਮ ਕਾਸ਼ ਕੀਤੀ ਜਾਂਦੀ ਹੈ। ਗੰਦਮ ਜਿਹੜਾ ਹਟਾਉਂਦੇ ਤਾਂ ਬਾਜਰਾ ਕਾਸ਼ ਕਰ ਦਿੱਤਾ ਜਾਂਦਾ। ਅੱਛਾ। ਤੇ ਸਬਜ਼ੀ ਦੀ ਫਾਰਮਿੰਗ ਹੈ, ਹੁਣ ਆਪਾਂ ਦੇਖਾਂਗੇ ਵੀ ਜਾ ਕੇ ਇਹਦਾ ਕੀ ਪ੍ਰੋਫਿਟ ਜ਼ਿਆਦਾ, ਉਹ ਗੰਦਮ ਔਰ ਬਾਜਰੇ ਦੀ ਨਿਸਬਤ? ਹੁਣ ਤਾਂ ਸਾਡੇ ਇੱਥੇ ਕਮਾਦ ਵੀ ਲੱਗਦਾ, ਕਣਕ ਵੀ ਲੱਗਦੀ ਆ, ਤਰਬੂਜ ਵੀ ਲੱਗਦਾ, ਖਰਬੂਜੇ ਵੀ ਲੱਗਦੇ। ਫਸਲਾਂ ਇੱਥੇ ਸਾਰੀਆਂ, ਬੜੀ ਸੋਹਣੀ ਧਰਤੀ ਆ, ਹਰ ਸ਼ੈ ਇੱਥੇ ਹੁੰਦੀ, ਬਾਗ ਬੜੇ ਲੱਗੇ ਹੋਏ। ਪਰ ਉਹ ਰਵਾਇਤੀ ਫਸਲਾਂ 'ਚ ਹੁਣ ਬਚਦਾ ਕੁਝ ਨਹੀਂ। ਠੀਕ ਹੈ। ਅਸੀਂ ਤਾਂ ਕਰਕੇ ਫਿਰ ਇਹ ਸਬਜ਼ੀ ਵਾਲੇ ਪਾਸੇ ਆਏ ਆ। ਪੈਸੇ ਅੱਛੇ ਬਚਦੇ? ਹਾਂ, ਇਹਦੇ 'ਚ ਪੈਸੇ ਲੱਗਦੇ ਵੀ ਬੜੇ ਆ। ਲੱਗਦੇ ਵੀ ਬੜੇ? ਹਾਂ, ਇੱਕ ਕਿੱਲਾ ਬਾਜੇ ਟਾਈਮ 17-18 ਲੱਖ ਰੁਪਏ ਜਾ ਕੇ ਲੱਗਦਾ। ਤੇ ਵਿਕਦਾ ਕਿੰਨੇ ਦਾ? ਜੋ ਉਹ ਤਾਂ ਫਿਰ ਗਾਂ ਰੇਟ ਚੰਗਾ ਲੱਭ ਜੇ। ਤੇ ਇਹਦੇ 'ਚ ਘਾਟਾ ਘੱਟ ਪੈਂਦਾ, ਜਾਂ ਤੁਹਾਡੇ ਪੂਰੇ ਹੋ ਜਾਣਗੇ ਜਾਂ ਥੋੜਾ ਮੁਨਾਫਾ ਹੋ ਜਾਊਗਾ। 10 ਲੱਖ ਬਚ ਜਾਂਦਾ ਕਿੱਲੇ ਦਾ? ਨਹੀਂ, ਰੇਟ ਚੰਗਾ ਹੋ ਜਾਵੇ 10 ਲੱਖ ਵੀ ਬਚ ਜਾਂਦਾ। ਹਾਂਜੀ। ਠੀਕ ਹੈ। ਤੇ ਨਾ ਮਾੜਾ ਹੋਵੇ ਤਾਂ ਪੂਰੇ ਵੀ ਹੋ ਜਾਂਦੇ ਆ। ਇਹ ਸ਼ੈਵਾਂ ਦੀ ਐਵਰੇਜ ਹੁੰਦੀ ਹੈ ਬਹੁਤੀ, ਝੜਦੀਆਂ ਬਹੁਤੀਆਂ। ਹੁਣ ਮਿਰਚਾਂ 6 ਮਹੀਨੇ ਗਾਂ ਲਾਣੀਆਂ, ਉਹ ਫਿਰ ਹੌਲੀ ਪੈਸੇ ਪੂਰੇ ਹੋ ਜਾਂਦੇ ਆ। ਹਾਂ, ਮੈਂ ਐਵੇਂ ਕਹਾ ਨਾ, ਉਹ ਨਾ ਸ਼ੁਕਰੀ ਹੁੰਦੀ ਹੈ। ਇਹ ਫਸਲਾਂ ਤੇ ਖਰਚਾ ਬਹੁਤ ਆ, ਮਿਹਨਤ ਬੜਾ, ਮੀਨਾਕਾਰੀ ਬਰੀਕੀ ਦਾ ਕੰਮ ਆ, ਖਪਣਾ ਬਹੁਤ ਪੈਂਦਾ। ਵੀ ਸਰਾਖ ਮਾਰੋ, ਫਿਰ ਉਹ 'ਚ ਸੋਟੀਆਂ ਕੱਢੋ, ਫਿਰ ਬੰਨੋ, ਫਿਰ ਉੱਤੇ ਜਾਲ ਪਾਓ, ਮੋਮੀ ਲਿਫਾਫਾ ਪਾਓ, ਹੇਠਾਂ ਛਾਪਰ, ਉੱਤੇ ਛਾਪਰ, ਬਹੁਤ ਖਪਣਾ ਪੈਂਦਾ। ਬਿਲਕੁਲ ਠੀਕ। ਮੈਨੂੰ ਇਹ ਦੱਸੋ, ਤੁਸੀਂ ਸੋਸ਼ਲ ਮੀਡੀਆ ਤੋਂ ਕੀ ਕਮਾਈ ਕਰ ਲੈਂਦੇ ਹੋ? ਸੋਸ਼ਲ ਮੀਡੀਆ ਦਾ ਕਹਿ ਲਓ ਵੀ ਆਪਣਾ ਡੇਰਾ ਚੱਲਦਾ। ਹਾਂ। ਫਿਰ ਵੀ ਰਫਲੀ ਕਿਤਨੇ ਪੈਸੇ ਆ ਜਾਂਦੇ ਆ? ਮੈਂ ਇੱਕ ਦਿਨ ਦੱਸਿਆ ਸੀ, ਮੈਨੂੰ ਕਈ ਬੰਦਿਆਂ ਨੇ ਟੈਲੀਫੋਨ ਕੀਤਾ, ਸਿਆਣੇ ਬੰਦਿਆਂ ਨੇ, ਕਹਿੰਦੇ ਵੀ ਇਹ ਦੱਸੀਦਾ ਨਹੀਂ ਹੁੰਦਾ। ਕਿਉਂ ਨਹੀਂ ਦੱਸੀਦਾ ਹੁੰਦਾ? ਪਤਾ ਨਹੀਂ, ਕਹਿੰਦੇ ਵੀ ਕੀ ਗੱਲ। ਦੱਸੋ ਨਾ, ਕਿਉਂ ਨਹੀਂ ਦੱਸੀਦਾ ਹੁੰਦਾ? ਆਪਾਂ ਬਾਜੇ ਟਾਈਮ 3 ਲੱਖ ਤੇ ਵੀ ਪਹੁੰਚ ਜਾਈਦਾ। 3 ਲੱਖ ਤੇ? ਹਾਂ। ਯਾਨੀ $1000 ਤੁਸੀਂ ਕਮਾ ਲੈਂਦੇ ਹੋ? ਹਾਂਜੀ। ਤੇ ਬਾਕੀ ਇੱਕ ਮੈਂ ਹਿਸਾਬ ਲਾਇਆ ਆਪਣੇ ਤਜਰਬੇ ਦੀ ਗੱਲ, ਵੀ ਇਹਦੇ ਤੇ ਤੁਸੀਂ ਕਮਾ ਬਹੁਤ ਸਕਦੇ ਜੇ ਤੁਸੀਂ ਇਹਨੂੰ ਕੰਮ ਬਣਾ ਲਓ। ਸਹੀ ਕਹਿੰਦੇ ਹੋ। ਤੇ ਜੇ ਅਸੀਂ ਹੁਣ ਇਹਨੂੰ ਕੰਮ ਬਣਾਈਏ ਨਾ ਜੀ, ਤੇ ਫਿਰ ਸਾਡਾ ਮਗਰੋਂ ਨਹੀਂ ਸਰਦਾ, ਪਿਛਲਾ ਧੰਦਾ ਖਰਾਬ ਹੁੰਦਾ। ਜੇ ਜਾ ਕੇ ਤੁਸੀਂ ਦੂਰ ਸਫ਼ਰ ਕਰਕੇ ਬਣਾਓ, ਖਰਚਾ ਕਰਕੇ ਫਿਲਮਾਂ ਬਣਾਓ ਨਾ, ਤੇ ਉਹਦਾ ਪੈਸੇ ਆਉਂਦੇ ਆ। ਜਿੱਦਾਂ ਆਪਾਂ ਆਏ ਆ ਤੁਹਾਡੇ ਕੋਲ। ਹਾਂਜੀ, ਆਪਣੀ ਮਿਸਾਲ ਦੇ ਦਈਏ। ਹਾਂਜੀ, ਮਿਹਨਤ ਕਰੋ। ਸਾਡੇ ਫਿਰ ਵੀ 1000 ਨਹੀਂ ਬਣਦੇ, ਕੀ ਕਰੀਏ?
ਰੱਬ ਕਾਮਯਾਬ ਕਰੂਗਾ। ਤੁਸੀਂ ਨਾ ਜੀ ਪਾਕਿਸਤਾਨ ਦੇ ਪਹਿਲੇ ਨੰਬਰ ਤੇ ਆਣਾ ਇਨਸ਼ਾਅੱਲਾ। ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਅੱਲਾ- ਆਪਦੀ ਬੋਲੀ 'ਚ ਕਰ ਰਹੇ। ਅੱਲਾ ਇਸ ਤਰ੍ਹਾਂ ਦੇ ਹੈ। ਹਾਂ। ਮੈਂ ਹੁਣ ਤੁਸਾਂ ਕੋਲੋਂ ਚੰਦ ਨਾ ਸਿਚੁਏਸ਼ਨਾਂ ਪੁੱਛਾਂਗਾ, ਠੀਕ ਹੈ, ਜਿਹਦੇ ਉੱਤੇ ਤੁਸੀਂ ਗੱਲ ਕਰਦੇ ਹੁੰਦੇ ਹੋ। ਯਾਨੀ ਕਿ ਪਹਿਲਾ ਸਵਾਲ ਹੈ ਉਹਦੇ ਵਿੱਚ ਮੇਰੇ ਕੋਲ ਕਿ ਲਫ਼ਜ਼ ਮਰਦ ਹੈ ਜਿਹੜਾ, ਮਰਦ ਕਿਹਨੂੰ ਕਹਿੰਦੇ ਆ? ਅਸੀਂ ਬਜ਼ੁਰਗਾਂ ਤੋਂ ਸੁਣਿਆ ਵੀ ਮਰਦ ਕਹਿੰਦੇ ਆ ਜਿਹੜਾ ਆਪਣੀ ਗੱਲ ਤੇ ਖਲੋ ਜਵੇ, ਗੱਲ ਪਗਾ ਜਵੇ, ਗੱਲ ਵਿਆਹ ਜਵੇ, ਉਹ ਮਰਦ ਹੁੰਦਾ। ਵੀ ਇੱਕ ਬੰਦਾ ਨਾ ਸਵੇਰੇ ਗੱਲ ਕੁਛ ਕੀਤੀ ਆ ਤੇ ਸ਼ਾਮ ਨੂੰ ਕੁਛ, ਵੀ ਬੰਦਾ ਆਪਣੀ ਗੱਲ ਦੀ ਪਛਾਣ ਹੁੰਦੀ ਆ। ਹੁਣ ਮਰਦ ਦੀ ਇਹ ਆ ਵੀ ਅਸੀਂ ਇੱਕ ਗੱਲ ਸੁਣੀ ਸੀ ਬਜ਼ੁਰਗਾਂ ਤੋਂ, ਕਹਿੰਦੇ ਵੀ ਕੋਈ ਪਿਓ ਪੁੱਤ ਨਾ ਘੋੜੀ ਤੇ ਚੜੇ ਜਾਂਦੇ ਸੀ ਤੇ ਤੁਰੇ ਜਾ ਰਹੇ ਤੇ ਅੱਗੇ ਸੱਥ ਵਿਛਿਆ ਸੀ ਤੇ ਉਹ ਸੱਥ ਦੇ ਉੱਤੇ ਨਾ ਕੋਈ ਫੌਤਗੀ ਹੋਈ ਸੀ ਤੇ ਘੋੜੀ ਦੇ ਉੱਤੇ ਬੈਠੇ ਨੇ ਨਾ ਪੁੱਛਿਆ ਬੰਦੇ ਨੇ ਵੀ ਇੱਕ ਮਰਿਆ ਕਿ ਸਾਰੇ ਮਰ ਗਏ? ਤੇ ਉਹਨਾਂ ਨੇ ਕਿਹਾ ਵੀ ਇੱਕ ਮਰਿਆ। ਉਹਨੇ ਘੋੜੀ ਨੂੰ ਅੱਡੀ ਲਾਈ ਤੇ ਗਾਂਹ ਤੋਰ ਲਿਆ। ਤੇ ਅੱਗੇ ਜਾ ਕੇ ਉਹਨੇ ਪੁੱਛਿਆ ਵੀ ਅੱਗੇ ਵੀ ਸੱਥ ਵਿਛਿਆ ਸੀ, ਅੱਗੇ ਉਹਨੇ ਪੁੱਛਿਆ ਵੀ ਇੱਕ ਮਰਿਆ ਕਿ ਸਾਰੇ ਮਰ ਗਏ? ਉਹਨੇ ਕਿਹਾ ਸਾਰੇ ਮਰ ਗਏ। ਉਹ ਘੋੜੀ ਤੋਂ ਹੇਠਾਂ ਉਤਰਿਆ ਆ ਕੇ ਉਹਨੇ ਦੁਆਏ ਖੈਰ ਕੀਤੀ, ਦੁਆ ਦੂ ਮੰਗੀ, ਝੱਟ ਬੈਠਾ ਤੇ ਘੋੜੀ ਤੇ ਚੜਿਆ ਤੁਰ ਪਿਆ। ਉਹਦਾ ਪੁੱਤ ਕਹਿੰਦਾ ਵੀ ਅੱਬਾ ਵੀ ਇਹੀ ਗੱਲ ਤੂੰ ਪਿੱਛੇ ਪੁੱਛੀ ਸੀ ਜਿਹੜੇ ਪਿੱਛੇ ਫੌਤਗੀ ਹੋਈ ਸੀ ਵੀ ਇੱਕ ਮਰਿਆ ਕਿ ਸਾਰੇ ਮਰ ਗਏ, ਤੇ ਇਹੀ ਗੱਲ ਇੱਥੇ ਪੁੱਛੀ। ਉਹ ਕਹਿੰਦਾ ਵੀ ਇਹਦੀ ਵੰਡ ਏਦਾਂ ਵੀ ਉਹਨਾਂ ਨੇ ਕਿਹਾ ਸੀ ਵੀ ਸਾਡਾ ਇੱਕ ਮਰਿਆ, ਉਹ ਕੋਈ ਬੰਦਾ ਮੇਰੇ ਵਰਗਾ ਕੋਈ ਪੱਠੇ ਵੱਢ ਮਰਿਆ ਸੀ, ਜਿੰਨੇ ਕਹਿੰਦਾ ਵੀ ਸਾਰੇ ਮਰ ਗਏ। ਉਹਨਾਂ ਦਾ ਕੋਈ ਸਿਰ ਕੱਢਵਾ ਮਰਿਆ ਸੀ, ਕੋਈ ਗੱਲ ਵਾਲਾ ਮਰਿਆ ਸੀ, ਕੋਈ ਸਰਬਰਾਹ ਮਰਦ ਮਰਿਆ ਸੀ। ਮਰਦ ਮਰਿਆ ਸੀ। ਮਰਦ ਮਰਿਆ ਸੀ। ਵਾਹ ਵਾਹ। ਹਾਂ। ਉਹਨੇ ਕਿਹਾ ਸਾਰੇ ਹੀ ਮਰ ਗਏ। ਹੁਣ ਤੁਸੀਂ ਦੇਖੋ ਨਾ ਕੁਨਬੇ ਦੇ ਵਿੱਚ ਜੀ ਕਿੰਨੇ ਹੁੰਦੇ ਆ ਪਰ ਤੁਰਨ ਫਿਰਨ ਵਾਲਾ ਇੱਕ ਹੁੰਦਾ। ਸਹੀ ਆ, ਹਾਂ। ਬਿਲਕੁਲ ਸਹੀ ਕਹਿੰਦੇ ਹੋ। ਹਾਂ। ਗੱਲਬਾਤ ਵਾਲਾ ਇੱਕ ਗੱਲਬਾਤ ਵਾਲਾ। ਖਾਨਦਾਨੀ ਔਰ ਗੈਰ ਖਾਨਦਾਨੀ ਯਾਨੀ ਨਸਲੀ ਤੇ ਬਦ ਨਸਲੇ ਵਿੱਚ ਕੀ ਫਰਕ ਕਰਦੇ ਹੋ ਤੁਸੀਂ? ਇਹ ਉਹ ਤਾਂ ਮੋਟੀ ਜੀ ਨਿਸ਼ਾਨੀ ਇਹੀ ਆ ਵੀ ਜਿਹੜਾ ਨਸਲੀ ਬੰਦੇ ਹੁੰਦੇ ਸੀ ਨਾ ਉਹ ਕਿਸੇ ਦੀ ਇੱਜ਼ਤ ਨਹੀਂ ਸੀ ਤੱਕਦੇ। ਅਸੀਂ ਜੋ ਸੁਣਿਆ ਬਜ਼ੁਰਗਾਂ ਤੋਂ ਸਭ ਤੋਂ ਵੱਡੀ ਪਛਾਣ ਨਸਲੀ ਦੀ ਇਹ ਆ ਵੀ ਜਿਹੜੇ ਚੁੱਲ੍ਹੇ ਤੇ ਖਾ ਲਿਆ ਨਾ ਉਹ ਖਾਦੇ ਦੀ ਲਾਜ ਰੱਖਣੀ। ਜੇ ਆਪਾਂ ਰਲ ਕੇ ਖਾਦਾ ਨਾ ਇੱਕ ਵਾਰੀ ਸਾਰੀ ਜ਼ਿੰਦਗੀ ਯਾਦ ਰਵੇ ਵੀ ਮੈਂ ਆਦਲ ਨਾਲ ਰਲ ਕੇ ਖਾਦਾ ਸੀ। ਵਾਹ ਵਾਹ। ਇਹ ਨਸਲੀ ਬੰਦਿਆਂ ਦੀ ਇਹ ਮੋਟੀਆਂ ਗੱਲਾਂ। ਮੋਟੀਆਂ ਕੁਝ ਹੋਰ ਵੀ ਦੱਸੋ ਵੀ ਇੱਕ ਤੱਕ ਰਲ ਕੇ ਖਾ ਲਿਆ, ਹੋਰ ਕੀ ਹੁੰਦਾ? ਹੋਰ ਹੁੰਦਾ ਵੀ ਜਿੱਦਾਂ ਅੱਜ ਤੇ ਟਾਈਮ ਚੰਗਾ, ਮੈਂ ਤੇ ਆਦਲ ਯਾਰ ਆ, ਕੱਲ ਨੂੰ ਕੋਈ ਫਿੱਕ ਪੈ ਜਾਂਦੀ, ਕੋਈ 119 21 ਹੋ ਜਾਂਦੀ ਆ, ਫਿਰ ਮੈਂ ਇੱਕ ਤਾਂ ਤੇਰੇ ਦੁਸ਼ਮਣਾਂ 'ਚ ਨਾ ਰਲਾਂ ਜਾ ਕੇ, ਹਾਏ ਹਾਏ, ਤੇ ਇੱਕ ਮੈਂ ਤੇਰਾ ਗਿਲਾ ਨਾ ਕਰਾਂ। ਹਾਂ, ਕੋਈ ਗੱਲ ਨਹੀਂ, ਫਿੱਕ ਪੈ ਗਈ। ਕਿਉਂ? ਜਿਹੜਾ ਬੰਦਾ ਯਾਰ ਹੁੰਦਾ ਉਹਦੇ ਕੋਲ ਰਾਜ ਤਾਂ ਹੁੰਦੇ ਆ ਨਾ। ਤਾਂ ਹੀ ਸਿਆਣੇ ਕਹਿੰਦੇ ਵੀ ਯਾਰ ਨਸਲੀ ਹੋਣਾ ਚਾਹੀਦਾ, ਵੀ ਕੱਲ ਨੂੰ ਜੁਦਾ ਹੋਵੇ ਨਾ ਤੇ ਤੁਹਾਡੇ ਰਾਜ ਫਾਹਿਸ਼ ਨਾ ਕਰੇ। ਬਿਲਕੁਲ ਇਦਾਂ ਹੀ ਹੈ, ਨਸਲੀ ਬੰਦਾ ਪਛਾਣਦਾ। ਤੇ ਜੇ ਅਗਰ ਕਿਸੇ ਦਾ ਦੋਸਤ ਜਾ ਕੇ ਉਹਦੇ ਦੁਸ਼ਮਣਾਂ ਨਾਲ ਬਹਿ ਗਿਆ, ਹਾਏ, ਉਹਦੇ ਲਈ ਕੀ ਕਹੋਗੇ? ਉਹਦੇ ਵਾਸਤੇ ਇਸ ਤੋਂ ਵੱਡਾ ਲਫ਼ਜ਼ ਕਿਹੜਾ ਹੋ ਸਕਦਾ ਵੀ ਉਹ ਨਸਲੀ ਨਹੀਂ ਨਿਕਲਿਆ। ਬਦ ਨਸਲ ਹੈ, ਬਦ ਨਸਲਾਂ ਨੇ। ਤੇ ਇਹਦਾ ਤੇ ਬੰਦੇ ਦਾ ਇਲਾਜ ਕੀ ਹੈ ਆਪਣੇ ਕੋਲ? ਇਲਾਜ ਦਾ ਜੀ, ਇਹ ਦੁਨੀਆ ਜਦੋਂ ਦੀ ਬਣੀ ਆ ਨਾ, ਇਹ ਸਾਰੇ ਰੰਗ ਮਾਲਕ ਦੇ ਇਹ ਬਣਾਏ ਹੋਏ ਅੱਗੇ ਆ ਰਹੇ ਆ। ਦੇਖਣਾ ਹੁਣ ਗੁੱਸਾ ਉਂਝ ਚੰਗੀ ਸ਼ੈ ਨਹੀਂ, ਪਰ ਬੰਦੇ ਥਾਂ ਥਾਂ ਤੇ ਕਰ ਰਹੇ ਆ। ਹੈ ਇਹ ਦੁਨੀਆਦਾਰੀ ਹੈ, ਇਹਦੇ 'ਚ ਹਰ ਰੰਗ ਜਿੰਦਾ ਰਹਿਣਾ, ਹਰ ਰੰਗ ਦਾ ਬੰਦਾ ਰਹਿਣਾ। ਤੁਸੀਂ ਕਹੋ ਆਪਾਂ ਸਾਰਿਆਂ ਨੂੰ ਠੀਕ ਕਰ ਲਾਂਗੇ, ਇਹ ਝੂਠ ਆ। ਆਪਾਂ ਆਪਣੇ ਆਪ ਨੂੰ ਹੀ ਕਰਨਾ। ਇਹੀ ਜੀ ਫਿਰ ਉਹਨੂੰ ਛੱਡ ਦੇਣਾ ਹੈ, ਜੋ ਇਦਾਂ ਕਰੇ ਉਹਨੂੰ ਛੱਡ ਦੇਣਾ ਉਹਨੂੰ। ਤੁਸੀਂ ਠੀਕ, ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਤਾਂ ਇਹ ਹੈ ਕਿ ਬਦ ਨਸਲੇ ਦਾ ਇਲਾਜ ਕੋਈ ਨਹੀਂ। ਇਲਾਜ ਹੀ ਕੋਈ ਨਹੀਂ, ਇਲਾਜ ਕੋਈ ਨਹੀਂ। ਉਹਨੂੰ ਫਿਰ ਛੱਡ ਦੇਣਾ ਹੀ ਉਹਦਾ ਇਲਾਜ ਹੈ। ਉਹਦਾ ਇਲਾਜ ਬਿਲਕੁਲ ਠੀਕ। ਔਰਤਾਂ ਦੀ ਤਰਫ ਜਾਂਦੇ ਆ। ਹਾਂਜੀ। ਕਿਹੜੀ ਔਰਤ ਜਿਹੜੀ ਹੈ ਉਹ ਤੁਸੀਂ ਸਮਝਦੇ ਹੋ ਖਾਨਦਾਨੀ ਹੁੰਦੀ ਹੈ, ਉਹਦੀ ਕੀ ਨਿਸ਼ਾਨੀਆਂ ਹੁੰਦੀਆਂ? ਔਰਤ ਦਾ ਜੀ ਦੇਖੋ, ਜਿਹੜੇ ਅਸੀਂ ਰਾਵੀ ਤੇ ਰਹਿੰਦੇ ਆ ਨਾ ਜੀ, ਸਾਡੇ ਰਾਵੀ ਤੇ ਡੇਰਿਆਂ ਡੰਡਿਆਂ ਦਾ ਬੜਾ ਇੱਕ ਰਿਵਾਜ ਆ ਵੀ ਡੇਰੇ ਬਣਾ ਕੇ ਮੰਜੀਆਂ ਢਾਹ ਕੇ ਬੰਦੇ ਬਹਿੰਦੇ ਆ। ਸਿਆਣੇ ਕਹਿੰਦੇ ਆ ਵੀ ਜਦੋਂ ਤੁਸੀਂ ਕਿਤੇ ਜਾਓ ਨਾ ਸਫ਼ਰ ਦੇ ਉੱਤੇ, ਕਿਤੇ ਝੱਟ ਰੁਕਣਾ ਹੋਵੇ, ਕੋਈ ਸਾਹ ਕੱਢਣਾ ਹੋਵੇ, ਤੇ ਜੇ ਕੋਈ ਬੰਦਾ ਇੱਕ ਮੰਜੀ ਢਾਹ ਕੇ ਬੈਠਾ ਉੱਥੇ ਨਾ ਜਾਓ। ਜਿਹੜਾ ਇੱਕ ਤੋਂ ਵੱਧ ਢਾਹ ਕੇ ਬੈਠਾ ਨਾ, ਵਾਹ ਵਾਹ, ਉਹਦੇ ਕੋਲ ਜਾਓ। ਵਾਹ ਵਾਹ। ਜਿਹੜਾ ਇੱਕ ਤੇ ਬੈਠਾ ਉਹ ਤਾਂ ਹੈ ਹੀ ਆਪਣੇ ਜੋਗਾ, ਜਿਹਨੇ ਵੱਧ ਡਾਈ ਆ ਉਹੀ ਉਡੀਕ ਕਰ ਰਿਹਾ ਕੋ ਆਵੇ। ਹਾਂ, ਤੇ ਉਡੀਕ ਉਹ ਕਰੂਗਾ ਜਿਹੜਾ ਰਾਜ ਕਰਾਂਦੀਆਂ ਨਾ, ਡੇਰੇ ਚਲਾਉਂਦੀਆਂ, ਆ ਸ਼ਿਮਲੇ ਪੱਗਾਂ ਉੱਚੀਆਂ ਕਰਾਂਦੀਆਂ, ਇਹ ਘਰਾਂ 'ਚ ਜਨਾਨੀਆਂ ਹੁੰਦੀਆਂ। ਅਸਲ ਚਦਰਾ ਦੇ ਪਿੱਛੇ ਬੀਬੀਆਂ ਹੁੰਦੀਆਂ। ਜੇ ਮੈਂ ਇੱਥੋਂ ਸੁਨੇਹਾ ਕੱਲਾਂ ਵੀ ਮੇਰੇ ਕੋ ਜੇਲਮ ਤੋਂ ਪ੍ਰਾਹੁਣੇ ਆਏ ਆ, ਮੁੰਡੇ ਨੂੰ ਕਹਾਂ ਵੀ ਜਾ 10 ਕੱਪ ਚਾਹ ਦੇ ਬਣਵਾਇਆ ਕਿ ਲਿਆ, ਤੇ ਅੱਗੋਂ ਉਹ ਬਣਾ ਕੇ ਨਾ ਉਹ ਦਵੇ, ਤਾਂ ਮੇਰੀ ਚਦਰਾ ਕਿੱਧਰ ਗਈ? ਸਹੀ ਗੱਲ ਆ। ਅਸਲ ਸਿਰਾ ਹੈ ਹੀ ਬੀਬੀਆਂ ਦੇ ਸਿਰ ਤੇ ਆ। ਪੱਗ ਬੀਬੀਆਂ ਦੀ ਹੈ, ਪੱਗ ਬੀਬੀਆਂ ਦੀ ਆ, ਬੰਨੀ ਬੰਦੇ ਫਿਰਦੇ ਆ। ਹਾਂਜੀ, ਸਾਂਭੀ ਉਹ ਨਾਮ ਹੈ, ਸਾਂਭੀ ਉਹਨਾਂ ਨੇ। ਬਿਲਕੁਲ ਠੀਕ। ਕਿਸ ਤਰ੍ਹਾਂ ਦੀ ਔਰਤ ਦੇ ਨਾਲ ਸ਼ਾਦੀ ਕਰ ਲੈਣੀ ਚਾਹੀਦੀ ਹੈ? ਕੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਔਰਤ ਵਿੱਚ
ਨਹੀਂ ਉਹ ਤਾਂ ਆਪਾਂ ਪਹਿਲਾਂ ਮੱਥੇ ਕੋ ਲੱਗਣ ਦਊਗਾ ਤੇ ਆਪਾਂ ਉਹ ਕੁਆਲਿਟੀਆਂ ਦੱਸਾਂਗੇ। ਬੀਬੀਆਂ ਹੁੰਦੀਆਂ ਜਾ ਕੇ ਪਰਖ ਲੈਂਦੀਆਂ। ਹਾਂ ਸਾਡੀਆਂ ਨਾਨੀਆਂ ਦਾਦੀਆਂ ਹੁੰਦੀਆਂ ਸਨ, ਜਾਣਦੀਆਂ ਸਨ, ਉਹ ਕਹਿੰਦੀਆਂ ਸਨ ਇਹ ਕੁੜੀ ਠੀਕ ਹੀ, ਇਹਦੇ ਨਾਲ ਵਿਆਹ ਕਰ ਲਓ, ਉਦੋਂ ਹੁਣ ਤੋਂ ਉਦੋਂ ਹੋ ਜਾਂਦੇ ਸਨ। ਹੁਣ ਚਲੋ ਆਪੇ ਇਨਸਾਨ ਦੇ ਜਦੀਦ ਹੋ ਦਿੰਗੇ ਆ ਮਾਸ਼ਰਾ, ਅਟਰੈਕਸ਼ਨ ਬਣ ਜਾਂਦੀ ਹੈ, ਠੀਕ ਹੈ। ਔਰਤ ਅੰਦਰ ਕੀ ਕੁਆਲਿਟੀਆਂ ਹੋਣੀ ਚਾਹੀਦੀਆਂ ਜਿਹਦੇ ਨਾਲ ਸ਼ਾਦੀ ਕਰ ਲੈਣੀ ਚਾਹੀਦੀ ਹੈ। ਸਿਆਣੇ ਕਹਿੰਦੇ ਵੀ ਰੰਗ ਤਾਂ ਦੋ ਹੀ ਹੁੰਦੇ ਆ, ਰੰਗਾਂ ਤੇ ਨਹੀਂ ਜਾਣਾ ਚਾਹੀਦਾ। ਕੱਦ ਕਾਠ ਆ ਉਹ ਮੇਰੇ ਮਾਲਕ ਦਾ ਬਣਾਇਆ ਹੈ। ਕਦੀ ਇਹ ਨਾ ਜਾ ਕੇ ਦੇਖੋ, ਸਾਡੇ ਤਾਂ ਇੱਥੇ ਜਾਂਦੇ ਆ ਰੋਟੀ ਵੀ ਖਾ ਲੈਂਦੇ ਆ ਤੇ ਘਰ ਆ ਕੇ ਕਹਿ ਦਿੰਦੇ ਆ ਵੀ ਉਹ ਦੰਦਾਂ ਦਾ ਬੀੜ ਉੱਚਾ ਸੀ। ਸਹੀ ਗੱਲ ਹੈ। ਵੀ ਤੁਹਾਨੂੰ ਕੀ ਲੱਗੇ ਵੀ ਦੰਦਾਂ ਦਾ ਬੀੜ ਵਿਚਾਰੀ ਨੇ ਆਪ ਬਣਾਇਆ। ਸਾਡੇ ਬਹੁਤ ਚੱਲ ਪਿਆ ਰਿਸ਼ਤਿਆਂ ਦੇ ਵਿੱਚ ਖਰਚੇ ਕਰਾ ਕੇ 3-3 ਗੇੜੇ ਲਾ ਕੇ, ਕਦੀ ਕਹਿਣਗੇ ਸਾਡਾ ਮੁੰਡਾ ਬਾਹਰੋਂ ਆਇਆ ਉਹਨੇ ਦੇਖਣਾ, ਕਦੀ ਕਹਿਣਗੇ ਜੀ ਵੱਡੀ ਨੂੰ ਹੁਣ ਆਈ ਜਾਂਦੇ ਨੇ ਲੈ ਕੇ, ਗੇੜੇ ਲਾ ਕੇ ਖਰਚੇ ਕਰਾ ਕੇ ਅਖੀਰ ਤੇ ਜਵਾਬ ਦੇ ਦਿੰਦੇ। ਰਿਸ਼ਤੇ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਬੀਬੀਆਂ ਦਾ ਦੇਖਣਾ, ਮੈਂ ਤਾਂ ਕਹੂੰਗਾ ਵੀ ਇੱਕੋ ਗੱਲ ਆ, ਜਿਹੜਾ ਸਾਰੀ ਉਮਰ ਵਰਤਾਰੇ ਚਾਹੁੰਦਾ ਵੀ ਉਹਦੀ ਜਿਹੜੀ ਸਭ ਤੋਂ ਵੱਡੀ ਚੰਗਿਆਈ ਆ ਨਾ ਉਹ ਅਖਲਾਕ ਆ, ਮੂੰਹ ਦੀ ਮਿੱਠੀ ਹੋਵੇ। ਮੂੰਹ ਦੀ ਮਿੱਠੀ ਹੋਵੇ। ਹਾਂ ਹੋਰ ਸਾਰਿਆਂ ਤੋਂ ਵੱਡੀ ਨਿਸ਼ਾਨੀ ਇਹੀ ਹੈ ਵੀ ਜੇ ਮੂੰਹ ਦੀ ਮਿੱਠੀ ਆ ਨਾ ਤੇ ਸਾਰਾ ਕੁਝ ਵਿੱਚੇ ਆ ਜਾਊਗਾ। ਅਖਲਾਕ ਆ ਨਾ ਜਿਹੜਾ, ਇੱਕ ਖਾਸ ਕਰ ਹੋਣਾ ਤਾਂ ਬੰਦਿਆਂ ਦਾ ਵੀ ਚੰਗਾ ਚਾਹੀਦਾ, ਪਰ ਬੀਬੀਆਂ ਦਾ ਬਹੁਤ ਜ਼ਰੂਰੀ। ਤੂੰ ਘਰੇ ਨਹੀਂ ਵੀ ਨਾ ਹੈ, ਤੇਰੇ ਘਰ ਕੋਈ ਤੇਰਾ ਲੱਗਦਾ ਆ ਗਿਆ ਤੇ ਜੇ ਬੀਬੀ ਦਾ ਅਖਲਾਕ ਚੰਗਾ ਨਾ, ਹੁਣ ਅਸੀਂ ਇੱਥੇ ਸੁਣਦੇ ਸੀ ਵੀ ਸਾਡੇ ਰਾਵੀ ਦਾ ਵਕੂ ਆ, ਸੱਚੀ ਗੱਲ ਹੈ। ਕੋਈ ਬੰਦਾ ਉਹਦੇ ਯਾਰ ਖਾਸੇ ਟਾਈਮ ਬਾਅਦ ਮਿਲਣ ਆਏ, ਉਦੋਂ ਟੈਲੀਫੋਨ ਦਾ ਦੌਰ ਨਹੀਂ ਸੀ, ਤੇ ਉਹਨਾਂ ਨੇ ਆ ਕੇ ਬੂਹਾ ਖੜਕਾਇਆ ਜੀ ਉਹ ਫਲਾਣੇ ਨੂੰ ਮਿਲਣਾ। ਉਹ ਬੀਬੀ ਨੇ ਕਿਹਾ ਬਹਿ ਜਾਓ, ਉਹਨਾਂ ਨੂੰ ਬਿਠਾ ਲਿਆ, ਬਿਠਾ ਕੇ ਉਹਨਾਂ ਨੂੰ ਇੱਕ ਵਾਰੀ ਚਾਹ ਪਾਣੀ ਪਿਆਇਆ, ਇੰਨੇ ਚ ਉਹਨੇ ਰੋਟੀ ਪਕਾਈ, ਰੋਟੀ ਪਕਾ ਕੇ ਨਾ ਤੇ ਉਹਨਾਂ ਨੂੰ ਖਵਾਈ। ਜਦੋਂ ਰੋਟੀ ਖਵਾ ਲਈ ਤਾਂ ਉਹ ਕਹਿੰਦੇ ਵੀ ਆਇਆ ਨਹੀਂ ਹਜੇ ਤੱਕ, ਵੀ ਤੇਰੇ ਘਰ ਵਾਲਾ ਜਿਹਨੂੰ ਮਿਲਣ ਆਇਆ। ਉਹ ਕਹਿੰਦੀ ਵੀ ਉਹ ਤਾਂ 6 ਮਹੀਨੇ ਹੋ ਗਏ ਫੌਤ ਹੋ ਗਿਆ। ਹੋ ਉਹਦੀ ਗੱਲ ਨਹੀਂ ਡਿੱਗਣ ਦਿੱਤੀ। ਬੀਬੀ ਦਾ ਵਰਤਾਰਾ ਦੇਖ, ਉਹ ਆਂਦਿਆਂ ਨੂੰ ਵੀ ਤਾਂ ਮੂੰਹ ਕੱਢ ਕੇ ਕਹਿ ਸਕਦੀ ਸੀ ਵੀ ਉਹ ਤਾਂ ਭਾਈ ਫੌਤ ਹੋ ਗਿਆ, ਸਹੀ ਗੱਲ। ਜਾਂ ਉਹ ਗਾਲ ਪੈਂਦੀ ਵੀ ਚੰਗੇ ਯਾਰ ਹੋਣਾ ਹੈ। ਜਿਹੜਾ ਅਖਲਾਕ ਆ ਨਾ ਉਹ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ, ਸਾਰੀਆਂ ਸਿਫਤਾਂ ਇਹਦੇ ਵਿੱਚ ਲੁਕੀਆਂ। ਅੱਲਾਹੁ ਅਕਬਰ, ਬਹੁਤ ਵੱਡੀ ਗੱਲ ਕਰ। ਹਾਂਜੀ ਮੈਨੂੰ ਇਹ ਦੱਸੋ, ਬਹੁਤ ਸਾਰੀਆਂ ਔਰਤਾਂ ਹੁੰਦੀਆਂ ਜਿਹੜੀਆਂ ਬਾਅਦ ਚ ਆਪਣੇ ਖਾਵਨ ਨੂੰ ਤਾਨੇ ਦਿੰਦੀਆਂ, ਹਾਂ ਠੀਕ ਹੈ, ਕਦੇ ਵੱਧ ਕਮਾਈ ਦਾ ਤਾਨਾ ਦਿੰਦੀਆਂ, ਭੈਣ ਭਰਾ ਦਾ ਤਾਨਾ ਦਿੰਦੀਆਂ। ਅਕਸਰ ਜ਼ਿਆਦਾਤਰ ਇਹ ਸਿਚੁਏਸ਼ਨ ਤਾਂ ਬਣਦੀ ਹੈ ਕਿ ਮਰਦ ਘੱਟ ਕਮਾਉਂਦਾ ਹੋਊ, ਔਰਤ ਜ਼ਿਆਦਾ ਕਮਾਉਂਦੀ ਹੋਵੇ ਤੇ ਫਿਰ ਇਹ ਗੱਲ ਬਣ ਜਾਂਦੀ ਹੈ। ਤੁਸੀਂ ਇਹ ਦੱਸੋ ਇਦਾਂ ਦੀਆਂ ਔਰਤਾਂ ਨਾਲ ਕੀ ਹੁੰਦਾ ਹੈ, ਇਦਾਂ ਦੀਆਂ ਔਰਤਾਂ ਕਿਉਂ ਇਸ ਤਰ੍ਹਾਂ ਕਰਦੀਆਂ? ਉਹ ਕਮਲੀਆਂ ਵੀ ਆਪ ਦਾ ਸਕੂਨ ਆਪ ਤਬਾਹ ਕਰਦੀਆਂ। ਸਾਡੇ ਨਾ 2-3 ਗੱਲਾਂ ਸਾਡੇ ਵਿੱਚੋਂ, ਸਾਡੇ ਬਾਲਾਂ ਦੇ ਵਿੱਚੋਂ ਸਾਡੇ ਬਜ਼ੁਰਗਾਂ ਅੱਗੇ ਸਾਨੂੰ ਦੱਸਦੇ ਸੀ, ਹੁਣ ਉਹ ਗੱਲਾਂ ਗਾਂ ਤੁਰ ਨਹੀਂ ਰਹੀਆਂ। ਵੀ ਇੱਕ ਜਿਹੜਾ ਸਬਰ ਸ਼ੁਕਰ ਸੀ ਨਾ ਉਹ ਬਹੁਤ ਘਟ ਗਿਆ ਸਾਡੀਆਂ। ਤੁਸੀਂ ਆਪਣੀਆਂ ਮਾਵਾਂ ਨੂੰ ਯਾਦ ਕਰੋ ਵੀ ਉਹ ਕਿਹੜੇ ਦੌਰ ਦੇ ਵਿੱਚ ਉਹ ਤੇ ਕਿਹੜੇ ਦੌਰ 'ਚ ਉਹਨਾਂ ਨੇ ਉਹ ਸਖਾਵਤ ਕੀਤੀ। ਕੀ ਬਾਤ ਹੈ। ਅਸੀਂ ਆਪਣੀ ਅੱਖਾਂ ਨਾਲ ਦੇਖਦੇ ਰਹੇ ਆ ਵੀ ਆਪਦੀ ਬੀਬੀ ਨੂੰ ਜੇ ਕੋਈ ਆਂਢ ਗੁਆਂਢ ਤੋਂ ਦੁੱਧ ਲੈਣ ਆਇਆ ਨਾ ਤੇ ਉਹਦੇ ਪੈਸੇ ਨਹੀਂ ਸੀ ਲੈਂਦੇ। ਵਾਹ, ਦੁੱਧ ਵਿਕਦਾ ਹੀ ਨਹੀਂ ਦੇਖਿਆ। ਲਾਈਨਾਂ ਬਣੀਆਂ ਹੁੰਦੀਆਂ ਸੀ ਕਿ ਜਿਹੜੇ ਘਰ ਲੱਸੀ ਹੁੰਦੀ ਸੀ, ਵੀ ਇਦਾਂ ਕਹਿ ਲਓ ਵੀ ਵੰਡ ਕੇ ਖਾਣ ਦੀ ਇੱਕ ਸਾਂਝ ਮੁੱਕਦਾ ਵੀ ਨਹੀਂ ਸੀ ਨਾ, ਮੁੱਕਦਾ ਵੀ ਨਹੀਂ ਸੀ, ਰੱਬ ਵਧਾਉਂਦਾ ਸੀ। ਤੇ ਉਹ ਹੁਣ ਨਾ ਇੱਕ ਤਾਂ ਸਬਰ ਸ਼ੁਕਰ ਨਹੀਂ ਰਿਹਾ ਵੀ ਕੋਈ ਗੱਲ ਆ, ਤੇ ਦੂਜਾ ਇਹ ਜਿਹੜਾ ਰਿਸ਼ਤਿਆਂ ਦੀ ਪਛਾਣ ਭੁੱਲਦੀ ਜਾਂਦੀ। ਸਾਡੀਆਂ ਧੀਆਂ ਨੂੰ ਹੁਣ ਕੋਈ ਦੱਸਣ ਵਾਲਾ ਹੀ ਹੈ ਨਹੀਂ ਕਿ ਤੁਹਾਡੇ ਘਰ ਵਾਲਾ ਹੈ ਕੌਣ। ਹਾਂ, ਇਹ ਗੱਲ ਹੀ ਨਹੀਂ ਕੋਈ ਦੱਸਦਾ, ਬਸ ਇਹ ਤਾਂ ਕਹਿ ਦਿੰਦੇ ਵੀ ਤੇਰੇ ਘਰ ਵਾਲਾ ਵਿਆਹ ਹੋ ਗਿਆ ਨਾ। ਜੇ ਉਹਨੂੰ ਪਛਾਣ ਕੋ ਕਰਾ ਕੇ ਘੱਲੇ ਨਾ ਵੀ ਧੀਏ ਵੀ ਇਹ ਮਜਾਜ਼ੀ ਖੁਦਾ ਸਾਦੇ ਸੀ, ਇਹਨੂੰ ਰੱਬੀ ਰੂਪ ਆ ਇਹ। ਸਹੀ ਗੱਲ ਆ ਵੀ ਮਾਂ ਪਿਓ ਤੋਂ ਹਰ ਤੋਂ ਬਾਅਦ ਰੱਬ ਰਸੂਲ ਤੋਂ ਬਾਅਦ ਤੇਰੇ ਤੇ ਇਹਦਾ ਹੁਕਮ ਆ। ਰਿਸ਼ਤਿਆਂ ਦੀ ਪਛਾਣ ਭੁੱਲੀ ਜਾਂਦੇ ਆ। ਇੱਥੇ ਕੈਮਰਿਆਂ ਦੇ ਵਿੱਚ ਅਸੀਂ ਦੇਖਿਆ ਟਿਕਟੌਕਾਂ ਦੇ ਉੱਤੇ ਬੰਦੇ ਫੁੱਫੀਆਂ ਨੂੰ ਮਾੜਾ ਚੰਗਾ ਬੋਲਦੇ, ਬਾਜੇ ਸ਼ਰੀਕ ਕਰਦੇ ਪਤਰੇਰਾਂ ਚਾਚੇ ਤਾਇਆਂ ਨੂੰ। ਨਾ ਏਦਾਂ ਨਹੀਂ ਹੋਣਾ ਚਾਹੀਦਾ। ਸ਼ਰੀਕ ਦਾ ਤਾਂ ਅੱਜ ਥੋੜੀ ਪੰਜਾਬੀ ਮਤਲਬ ਹੀ ਨਹੀਂ ਸਮਝ ਸਕੇ। ਸ਼ਰੀਕ ਤਾਂ ਨਾਲ ਦੇ ਨੂੰ ਕਹਿੰਦਾ ਮੇਰਾ ਭਾਈ ਮੇਰਾ ਸ਼ਰੀਕ ਆ। ਹਾਂ, ਠੀਕ ਨਾਲ ਹੈ, ਦਾ ਜੰਮਿਆ ਨਾਲ ਦਾ ਜੰਮਿਆ ਸ਼ਰੀਕ ਹੁੰਦਾ ਹੈ। ਲੇਕਿਨ ਸ਼ਰੀਕ ਤਾਂ ਮਿੱਠਾ ਲਫ਼ਜ਼ ਹੈ, ਮਿੱਠਾ ਲਫ਼ਜ਼ ਆ। ਲੇਕਿਨ ਇਹਨਾਂ ਦੁਸ਼ਮਣ ਲਈ ਸ਼ਰੀਕ ਨੂੰ ਯੂਜ਼ ਕਰਦੇ। ਦੇਖਣਾ ਕਿੱਡਾ ਕੰਮ ਪੁੱਠਾ ਹੋ ਗਿਆ। ਸਮਝਾਉਣ ਵਾਲਾ ਕੋਈ ਨਹੀਂ। ਜਦੋਂ ਕੋਈ ਮਰ ਜਵੇ ਨਾ ਘਰ 'ਚ, ਜਦੋਂ ਮੰਜੀ ਚੱਕਣੀ ਹੁੰਦੀ ਸੀ ਨਾ ਤੇ ਉਹ ਪਤਰੇਰ ਆ ਕੇ ਚੱਕਦਾ ਹੁੰਦਾ। ਸ਼ਰੀਕ ਸੱਦਦਾ ਸੀ ਨਾ, ਇਹਦੇ ਨਾਲ ਸ਼ਾਮਲ ਸੀ ਜਿਹੜਾ ਉਹ ਲੈ ਕੇ ਜਾਏ, ਕਿਉਂ ਘਰ ਦੇ ਅੰਦਰ ਵਾੜੀ ਹੋ ਸਕਦਾ ਨਾ। ਪਹਿਲਾ ਰਿਸ਼ਤਾ ਪਤਰੇਰਾਂ ਦਾ ਵੀ ਘਰ ਦੇ ਵਿੱਚ ਜਾ ਕੇ ਮੰਜੀ ਉਹਨੇ ਚੱਕਣੀ ਹੈ। ਉਹ ਤੁਹਾਡੇ ਵੱਡੇ ਜਾਂ ਨਿੱਕੇ ਅੱਬੇ ਦੇ ਭਰਾ ਹੁੰਦੇ ਨੇ। ਹਾਂਜੀ, ਪਹਿਲੇ ਤੇ ਇਦਾਂ ਹੁੰਦਾ ਸੀ। ਪਹਿਲਾਂ ਇਦਾਂ ਹੁੰਦਾ ਸੀ। ਸਾਡੇ ਰਿਸ਼ਤਿਆਂ ਦੀ ਪਛਾਣ ਦੱਸੀ ਨਹੀਂ ਜਾ ਰਹੀ ਜਿਵੇਂ ਦੱਸਣੀ ਚਾਹੀਦੀ ਸੀ, ਨਾ ਉਦਾਂ ਦਿਖਾਈ ਜਾ ਰਹੀ। ਜਿਹੜੇ ਡਰਾਮੇ ਬਣ ਰਹੇ ਆ ਟੀਵੀ ਦੇ ਵਿੱਚ ਆਉਂਦੇ, ਉਹ ਡਰਾਮਿਆਂ ਦੇ ਵਿੱਚ ਵੀ ਰਿਸ਼ਤਿਆਂ ਦੀ ਨਾ ਕਹਿ ਲਓ ਵੀ ਬੇਕਦਰੀ ਕਰ ਰਹੇ।
ਸਮਝ ਨਹੀਂ ਆ ਰਹੀ। ਮਾਂ ਧੀ ਦੀ ਪਛਾਣ ਹੀ ਭੁੱਲੀ। ਸਿਆਣੇ ਕਹਿੰਦੇ ਸੀ ਬੰਦਾ ਨਸ਼ੇ 'ਚ ਵੀ ਹੋਵੇ ਤੇ ਮਾਂ ਭੈਣ ਦੀ ਪਛਾਣ ਹੁੰਦੀ ਹੈ, ਤੇ ਇੱਥੇ ਉਹ ਮਾਂ ਭੈਣ ਦੀ ਪਛਾਣ ਹੀ ਭੁਲਾਈ ਜਾ ਰਹੇ। ਇਦਾਂ ਹੀ ਹੈ, ਬਿਲਕੁਲ ਤੁਸੀਂ ਦਰੁਸਤ ਕਹਿ ਰਹੇ। ਆਪਣੀ ਜਿਹੜੇ ਇਹ ਰਿਸ਼ਤੇ ਔਰ ਵੈਲਿਊਜ਼ ਦੀਆਂ ਗੱਲਾਂ ਨੇ, ਯਾਨੀ ਕਿ ਰਿਸ਼ਤੇ ਜਿਹੜੇ ਨੇ ਇਹਨਾਂ ਨੂੰ ਸਮਝਾਉਣ ਦੇ ਲਈ ਜ਼ਰੂਰੀ ਹੈ ਕਿ ਸਾਡੇ ਬਾਬਿਆਂ ਨੂੰ ਵੀ ਫੋਕਸ ਕਰਨਾ ਚਾਹੀਦਾ ਹੈ, ਉਹ ਦੱਸਣਾ ਚਾਹੀਦਾ, ਸਾਡੀਆਂ ਮਾਈਆਂ ਨੂੰ ਵੀ ਅੱਗੇ ਹੋ ਕੇ ਦੱਸਣਾ ਪਿਆ। ਜਦ ਦੌਰ ਆ ਗਿਆ ਸੋਸ਼ਲ ਮੀਡੀਆ ਦਾ, ਇਹਦੇ ਨਾਲ ਪੈਗਾਮ ਰਸਾਈ ਹੁੰਦੀ ਹੈ। ਹਾਂਜੀ ਆਪਾਂ ਇੱਥੇ ਫੈਸਲਾਬਾਦ ਬੈਠੇ ਆ ਜੀ, ਆਪਣਾ ਹੀ ਇਹ ਗੱਲਾਂ ਪੂਰੀ ਦੁਨੀਆ ਸੁਣੇਗੀ। ਹਾਂਜੀ ਰਸਾਈ ਹੈ ਨਾ, ਰਸਾਈ ਸਾਡਾ ਮੈਸੇਜ ਜਾਊਗਾ, ਸਾਡੀ ਜ਼ੁਬਾਨ ਦਾ ਮੈਸੇਜ ਜਾਊਗਾ। ਹੋਊਗਾ। ਅਗਰ ਕੋਈ ਪੰਜਾਬੀ ਨਹੀਂ ਸਮਝਦਾ ਤਾਂ ਨਾਲ ਵਾਲੇ ਪੰਜਾਬੀ ਨੂੰ ਕਹੇਗਾ ਦੱਸੀ ਕੀ ਕਹਿੰਦਾ ਹੈ। ਕੀ ਕਹਿੰਦਾ? ਠੀਕ ਹੈ, ਆਪਣੀ ਗੱਲ ਦਾ ਮੈਸੇਜ ਕਨਵੇ ਹੋ ਰਿਹਾ ਨਾ। ਮੈਂ ਉਹ ਪੁੱਛ ਰਿਹਾ ਕਿ ਵੀ ਸਾਡੇ ਬਾਬੇ ਮਾਈਆਂ ਦੀ ਜ਼ਿੰਮੇਵਾਰੀ ਨਹੀਂ ਕਿ ਉਹ ਆ ਕੇ ਆਪਣੇ ਰਿਸ਼ਤਿਆਂ ਉੱਤੇ ਗੱਲ ਕਰਨ, ਹਾਂਜੀ ਦੱਸਣ ਨੂੰ ਕਿਹਨੂੰ ਕਹਿੰਦੇ ਆ ਤੇ ਸੱਸ ਕਿਹਨੂੰ ਕਹਿੰਦੇ ਆ, ਸਹੁਰੇ ਦਾ ਕੀ ਹੁਕਮ ਆ, ਦਮਾਦ ਦੇ ਲਈ ਕੀ ਹੁਕਮ ਆ। ਹਾਂਜੀ, ਠੀਕ ਹੈ, ਕੁੜਮ ਕੀ ਹੁੰਦਾ। ਹਾਂ ਇਹ ਸਾਰੀਆਂ ਗੱਲਾਂ ਕਿਸ ਦੱਸਣੀਆਂ? ਸਾਡੀ ਤੁਹਾਡੀ ਤੁਸੀਂ ਲੋਕਾਂ ਦੀ ਜ਼ਿੰਮੇਵਾਰੀ ਨਹੀਂ। ਹਾਂਜੀ ਸਹੀ ਕਿਹਾ, ਸਹੀ ਕਿਹਾ। ਤੁਸੀਂ ਕਮਜ਼ੋਰ ਹੋ ਨਾ, ਬਿਲਕੁਲ ਬਿਲਕੁਲ ਇਦਾਂ ਹੀ ਤੁਸੀਂ ਨਹੀਂ ਦੱਸ ਸਕੇ, ਨਹੀਂ ਦੱਸ ਸਕਦੇ, ਅੱਜ ਵੀ ਨਹੀਂ ਦੱਸ ਰਹੇ, ਅੱਜ ਵੀ ਨਹੀਂ ਦੱਸ। ਤੁਸੀਂ ਗਲਤ ਹੋਏ। ਗਲਤ, ਕਿਉਂਕਿ ਜਿਸਨੇ ਇੰਗਲਿਸ਼ ਪ੍ਰਮੋਟ ਕਰਨੀ ਸੀ ਨਾ ਉਹਨੇ ਉਹਦੇ ਤੇ ਕੰਮ ਕੀਤਾ, ਹਾਂ ਹਾਂ, ਜਿਨੇ ਉਰਦੂ ਪ੍ਰਮੋਟ ਕਰਨੀ ਸੀ ਉਹਨੇ ਉਹਦੇ ਤੇ ਕੰਮ ਕੀਤਾ। ਕੰਮ ਕੀਤਾ। ਹੁਣ ਤੁਸੀਂ ਅੱਜ ਮੇਰੇ ਨਾਲ ਵਾਅਦਾ ਕਰੋ, ਹਾਂਜੀ। ਆਪਾਂ ਇਹਦੇ ਉੱਤੇ ਡਿਸਕਸ ਕਰਾਂਗੇ, ਇਨਸ਼ਾਅੱਲਾ। ਰਿਸ਼ਤਿਆਂ ਦੇ ਉੱਤੇ ਮੈਂ ਰੋਜ਼ ਵੀਡੀਓ ਪਾਵਾਂਗਾ। ਮਾਸ਼ਾਅੱਲਾ, ਮੈਂ ਜ਼ਰੂਰ ਕਰੂੰਗਾ ਜੀ। ਸਿਆਣੇ ਕਹਿੰਦੇ ਆ ਵੀ ਰੱਖਿਆ ਹੋਇਆ ਭੁੱਲ ਜਾਂਦਾ, ਲਿਖਿਆ ਹੋਇਆ ਨਹੀਂ ਭੁੱਲਦਾ। ਹਾਂਜੀ, ਜਿਹੜੀ ਕੈਮਰਿਆਂ ਦੇ ਵਿੱਚ ਗੱਲ ਆ ਜਾਂਦੀ ਆ ਨਾ, ਲੋਕਾਂ ਨੂੰ ਹੁਣ ਉਹੀ ਸਮਝ ਆਉਂਦੀ ਆ। ਇਦਾਂ ਹੀ ਹੈ। ਸਾਨੂੰ ਚਾਹੀਦਾ ਨਿੱਕੀਆਂ ਨਿੱਕੀਆਂ ਫਿਲਮਾਂ ਬਣਾਈਏ ਪੰਜਾਬੀ 'ਚ, ਉਹਦੇ 'ਚ ਦਸੀਏ ਵੀ ਭਰਾ ਭਰਾ ਦਾ ਪਿਆਰ ਕੀ ਹੁੰਦਾ। ਭਰਾ ਕਹਿੰਦੇ ਕਿਨੂੰ ਆ? ਹਾਂ, ਪਿਓ ਪੁੱਤਰ ਦਾ ਰਿਸ਼ਤਾ, ਭਰਾ ਕਹਿੰਦੇ ਕਿਨੂੰ ਆ। ਕਿੰਨੀ ਸੋਹਣੀ ਗੱਲ ਕੀਤੀ, ਭਰਾ ਕਹਿੰਦੇ ਕਿਨੂੰ ਆ। ਹਾਂ, ਇਹੀ ਗੱਲ ਦੱਸਣੀ। ਵੱਡਾ ਭਾਈ ਕੀ ਹੁੰਦਾ, ਉਹਦੇ ਲਾਡ ਕੀ ਹੁੰਦਾ, ਤੇ ਨਿੱਕਾ ਭਾਈ ਕੀ ਹੁੰਦਾ, ਉਹਦੇ ਲਾਡ ਕੀ ਹੁੰਦੇ। ਕੀ ਹੁੰਦੇ ਆ ਇਹ ਰਿਸ਼ਤੇ, ਸਾਨੂੰ ਦੱਸਣੇ ਚਾਹੀਦੇ ਆ। ਮੈਨੂੰ ਦੱਸਣੇ ਚਾਹੀਦੇ ਆ। ਸਾਨੂੰ ਦੱਸਣੇ ਚਾਹੀਦੇ। ਬਿਲਕੁਲ ਸਹੀ ਕਹਿ। ਹਾਂ, ਸਾਡੇ ਜਿਹੜੇ ਟੀਵੀਆਂ ਦੇ ਵਿੱਚ ਡਰਾਮੇ ਬਣ ਰਹੇ ਆ ਨਾ, ਉਹ ਸਾਡੇ ਪੰਜਾਬੀ ਵੀ ਡਰਾਮੇ ਵਿੱਚ ਚੱਲਣ ਕਿਤੇ ਕਿਤੇ। ਆਪਾਂ ਬਣਾ ਕੇ ਦਈਏ ਤੇ ਉਹ ਚਲਾਣ ਇਦਾਂ ਹੋ ਜੂ। ਤੁਸੀਂ ਆਪਣੀ ਜਿਹੜਾ ਤੁਹਾਨੂੰ ਅੱਲਾ ਨੇ ਇੱਜ਼ਤ ਦਿੱਤੀ ਹੈ, ਪਲੇਟਫਾਰਮ ਦਿੱਤਾ, ਉਹਦੇ ਚਲਾ ਦਾਂਗੇ। ਜਿੱਦੇ ਉੱਤੇ ਤੁਸੀਂ ਗੰਨਾ ਵਿਖਾਉਂਦੇ ਹੋ, ਆਪਣੀ ਮਿਰਚ ਵਿਖਾਉਂਦੇ ਹੋ, ਹਾਂ, ਉਹ ਕੀ ਕਹਿੰਦੇ ਹੋ ਇਹਨੂੰ, ਵੇਲਣਾ ਵੇਲਣਾ ਵਿਖਾਉਂਦੇ ਹੋ, ਜਿਹਦੇ ਉੱਤੇ ਗੁੜ ਵਿਖਾਉਂਦੇ ਹੋ, ਉਹਦੇ ਤੇ ਤੁਸੀਂ ਇਹ ਗੱਲ ਕਹੋ, ਦੁਨੀਆ ਜੋ ਤੁਸੀਂ 10 ਲੱਖ ਸੁਣਦੀ ਆ ਨਾ, ਤਾਂ 20 ਲੱਖ ਨਾ ਸੁਣੇ, ਮੈਨੂੰ ਪਾੜ ਲੈਣ। ਅਸੀਂ ਕਰਾਂਗੇ। ਆਦਲ ਸਾਹਿਬ, ਅਸੀਂ ਕਰਾਂਗੇ। ਤੁਸੀਂ ਬਹੁਤ ਸੋਹਣਾ ਸਾਨੂੰ ਸਬਕ ਦਿਆ ਤੇ ਅਸੀਂ ਇਹਦੇ ਤੇ ਅਮਲ ਕਰਾਂਗੇ। ਠੀਕ ਹੈ, ਆਖਰੀ ਸਵਾਲ ਹੈ ਸਿਚੁਏਸ਼ਨ ਦੇ ਉੱਤੇ, ਭਾਈ ਕਿਹਨੂੰ ਕਹਿੰਦੇ ਆ? ਬੜਾ ਭਾਈ ਕਿਹਨੂੰ ਕਹਿੰਦੇ ਆ ਤੇ ਛੋਟਾ ਭਾਈ ਕਿਹਨੂੰ ਕਹਿੰਦੇ ਆ? ਵੱਡਾ ਭਰਾ ਤਾਂ ਜੀ ਪਿਓ ਹੁੰਦਾ। ਹਾਏ, ਹਾਂਜੀ, ਸਿਆਣੇ ਕਹਿੰਦੇ ਸੀ ਵੀ ਜਦੋਂ ਪਿਓ ਚੜ੍ਹਾਈ ਕਰ ਜਾਂਦਾ ਨਾ, ਤੇ ਪੱਗ ਵੱਡੇ ਭਰਾ ਦੇ ਸਿਰ ਤੇ ਬੰਨੀ ਹੁੰਦੀ ਸੀ। ਉਹ ਪੱਗ ਅਸਲ ਦੇ ਵਿੱਚ ਸਾਰੀ ਜਦੋਂ ਹੁੰਦਾ ਸੀ ਨਾ, ਕੋਲ ਸਾਤੇ ਦਾ ਖਤਮ ਹੁੰਦਾ ਸੀ, ਸਾਰੇ ਰਿਸ਼ਤੇਦਾਰ ਸੰਗੀ ਬੇਲੀ ਸਾਰੇ ਸਾਕ ਬੈਠੇ ਹੁੰਦੇ ਸੀ, ਤੇ ਉਸ ਟਾਈਮ ਵੱਡੇ ਭਰਾ ਦੇ ਸਿਰ ਤੇ ਪੱਗ ਬੰਨੀ ਹੁੰਦੀ ਸੀ। ਸਿਰਫ ਕੀ ਉਹ ਸਾਰੇ ਰਿਸ਼ਤੇਦਾਰਾਂ ਨੂੰ ਦੱਸਣ ਵਾਸਤੇ ਵੀ ਮਰਨ ਵਾਲੇ ਦੀ ਥਾਂ ਹੁਣ ਆਹਾ, ਇਹਦੀ ਗੱਲ ਚੱਲੂਗੀ। ਭੈਣਾ ਭਰਾ ਵੀ ਦੇਖ ਲੈਂਦੇ ਸੀ ਵੀ ਪੱਗ ਉਹਦੇ ਸਿਰ 'ਤੇ ਆ ਗਈ ਆ, ਵੀ ਜਿਵੇਂ ਪਿਓ ਦਾ ਅੱਖਾਂ ਮੰਨਦੇ ਸੀ, ਹੁਣ ਇਹਦਾ ਉਦਾਂ ਮੰਨਣਾ, ਵੀ ਕੈਮਰਿਆਂ 'ਚ ਬਹਿ ਕੇ ਵੱਡੇ ਭਰਾ ਦੇ ਗਿਲੇ ਨਹੀਂ ਕਰਨੇ। ਹਾਏ, ਤੇ ਉਹ ਇਹ ਸੁਨੇਹਾ ਹੁੰਦਾ ਸੀ। ਤੇ ਉਹ ਨਿੱਕਾ ਭਰਾ ਤਾਂ ਫਿਰ ਪੁੱਤਰਾਂ ਵਜਾ। ਸਾਡੇ ਤਾਂ ਅਸੀਂ ਇੱਥੇ ਤੱਕ ਆਦਲ ਸਾਹਿਬ ਸੁਣਿਆ ਵੀ ਜਿਹੜੀ ਭਰਜਾਈ ਆ ਨਾ, ਉਹ ਵੀ ਮਾਂ ਆ, ਮਾਂ ਬਰਾਬਰ ਹੈ। ਉਹ ਮਾਂ ਬਰਾਬਰ, ਭਰਜਾਈ ਵੀ ਮਾਂ ਬਰਾਬਰ। ਤੇ ਤੁਸੀਂ ਹੁਣ ਦੇਖਦੇ ਆ ਵੀ ਵੱਡੇ ਭਰਾ ਨੂੰ ਲੈ ਕੇ ਬੰਦੇ ਕਿੱਦਾਂ ਦੀਆਂ ਗੱਲਾਂ ਕਰਦੇ, ਭਰਜਾਈਆਂ ਨੂੰ ਲੈ ਕੇ ਬੰਦੇ ਕਿੱਦਾਂ ਦੀਆਂ ਗੱਲਾਂ ਕਰਦੇ। ਤੇ ਉਹ ਗੱਲ ਤੁਹਾਡੀ ਠੀਕ ਆ ਜਾ ਕੇ ਅਸੀਂ ਕਸੂਰਵਾਰ ਵੀ, ਕਸੂਰਵਾਰ, ਅਸੀਂ ਕਸੂਰਵਾਰ। ਬਿਲਕੁਲ ਠੀਕ। ਸਹੀ। ਆਪਾਂ ਹੁਣ ਚੰਦ ਲੋਕਾਂ ਦੇ ਨਾਲ ਆਵਾਂਗੇ। ਅੱਛਾ ਠੀਕ ਹੈ, ਉਹਨਾਂ ਦੇ ਬਾਰੇ ਤੁਸੀਂ ਦੱਸਣਾ ਹੈ, ਉਹਨਾਂ ਦਾ ਕੰਟੈਂਟ ਦੇਖਦੇ ਹੋ ਸੋ ਤੁਸੀਂ, ਅੱਛਾ ਉਹ ਕਿੱਦਾਂ ਦਾ ਕੰਮ ਕਰ ਰਹੇ ਨੇ। ਜੀ, ਉਸ ਤੋਂ ਬਾਅਦ ਜੇ ਅਗਰ ਉਹ ਕੋਈ ਖਿਲਾੜੀ ਹੈ ਤਾਂ ਕਿਸ ਤਰ੍ਹਾਂ ਦਾ ਖੇਲਦਾ ਹੈ, ਉਹਦਾ ਮਿਜ਼ਾਜ ਕੈਸਾ ਲੱਗਦਾ ਤੁਹਾਨੂੰ, ਉਹਨਾਂ ਦੀ ਅੱਛਾ ਲੱਗਦਾ ਹੈ, ਬੁਰਾ ਲੱਗਦਾ ਹੈ। ਖੈਰ ਬੁਰਾ ਤੁਸੀਂ ਕੋਈ ਨਹੀਂ ਦੱਸਣਾ, ਤੇ ਅੱਛਾ ਹੀ ਦੱਸਣਾ ਹੈ। ਭਾਜੀ ਸਭ ਤੋਂ ਪਹਿਲਾਂ ਨਾ ਮੇਰੇ ਕੋਲ ਚੌਧਰੀ ਸੇਲ ਅਨਵਰ ਗੋਂਦਲ ਫਰਾਮ ਮੰਡੀ ਬਾਵਲ। ਆਏ ਹਾਏ, ਮੇਰਾ ਜੀ ਉਹਨਾਂ ਨੂੰ ਸਲਾਮ ਆ, ਪੂਰੇ ਪਾਕਿਸਤਾਨ ਦਾ ਸਲਾਮ ਆ ਕਿ ਉਹਨਾਂ ਨੇ ਬੜਾ ਆਪਣਾ ਹਿੱਸਾ ਪਾਇਆ। ਦੇਖੋ, ਇੱਕ ਹੁੰਦਾ ਕੰਮ ਕਰਕੇ ਦਿਖਾਣਾ। ਉਹ ਜਿਹੜੀ ਗੱਲ ਤੁਹਾਨੂੰ ਅੱਗੇ ਦੱਸੀ ਆ ਵੀ ਰੱਖਿਆ ਭੁੱਲ ਜਾਂਦਾ, ਲਿਖਿਆ ਨਹੀਂ ਭੁੱਲਦਾ, ਉਹ ਕੈਮਰੇ 'ਚ ਦਿਖਾ ਰਹੇ ਆ। ਉਹ ਸੁਨੇਹਾ ਜਿਹੜਾ ਆਪਾਂ ਅੱਗੇ ਗੱਲ ਕਰਦੇ ਸੀ ਵੀ ਮੁੰਡਿਆਂ ਨੂੰ ਨਸ਼ੇ ਪੱਤੇ ਤੋਂ ਬਚਾਉਣਾ, ਗਰਾਊਂਡਾਂ ਨੂੰ ਆਬਾਦ ਕਰਨਾ, ਉਹ ਸੁਨੇਹਾ ਸੁਹੇਲ ਅਨਵਰ ਗੋਂਦਲ ਸਾਹਿਬ ਦੇ ਰਹੇ ਆ। ਤੇ ਅਸੀਂ ਕਈ ਵਾਰੀ ਉਹਨਾਂ ਦੀ ਇਹ ਸਿਫਤ ਕੀਤੀ ਆ ਵੀ ਰੱਬ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਸਾਰੇ ਪਲੇਅਰਾਂ ਨੂੰ ਇਦਾਂ ਆਪਣਾ ਹਿੱਸਾ ਪਾਉਣਾ ਚਾਹੀਦਾ। ਉਹ ਮਿਸਾਲ ਆ। ਦੂਸਰਾ ਨਾਮ ਮੇਰੇ ਕੋਲ ਨਾਸਰ ਢਿੱਲੋਂ। ਨਾਸਰ ਢਿੱਲੋਂ ਸਾਹਿਬ ਜੀ, ਉਹ ਜਿਹੜੀ ਅੱਗੇ ਗੱਲ ਤੁਸੀਂ ਕੀਤੀ ਆ ਵੀ ਸੜਕਾਂ ਦੇ ਉੱਤੇ ਪੰਜਾਬੀ ਦੇ ਬੋਰਡ ਲੱਗ ਗਏ, ਇਹਦੇ 'ਚ ਬਹੁਤ ਵੱਡਾ ਹੱਥ ਨਾਸਰ ਢਿੱਲੋਂ ਸਾਹਿਬ ਦਾ। ਬਈ ਉਹਨਾਂ ਨੇ ਖੇਚਲ ਕੀਤੀ, ਹੌਲੀ ਹੌਲੀ ਇੱਥੇ ਤੱਕ ਪਹੁੰਚ ਗਏ ਆ। ਤੇ ਸਾਡੇ ਮੋਹਰੀ ਵੀ ਉਹ ਆ, ਤੇ ਸਾਡੇ
ਉਹ ਮੈਂ ਅੱਗੇ ਗੱਲ ਕੀਤੀ ਸੀ ਇੱਕ ਦਿਨ ਵੀ ਪਿਓਾਂ ਵਰਗੇ ਉਸਤਾਦ ਆ। ਵਾਹ ਵਾਹ। ਹਾਂਜੀ, ਤੇ ਮੇਰੇ ਨਾਲ ਤਾਂ ਉਹਨਾਂ ਦਾ ਜੀ ਬੜਾ ਗੂੜਾ ਰਿਸ਼ਤਾ। ਮੈਂ ਜੇ ਸਹੀ ਕਹਾਂ ਨਾ ਤੇ ਇੱਥੇ ਤੱਕ ਪਛਾਣ ਦੇ ਵਿੱਚ ਨਾਸਰ ਢਿੱਲੋਂ ਸਾਹਿਬ ਦਾ ਬੜਾ ਹੱਥ ਆ। ਨਾਸਰ ਢਿੱਲੋਂ ਸਾਹਿਬ ਦਾ। ਹਾਂਜੀ, ਇਸੇ ਤਰ੍ਹਾਂ ਅਵੈਸ ਗੁੰਮਨ ਸਾਹਿਬ ਨੇ ਸਾਡੇ ਕੋਲ। ਅਵੈਸ ਘੁੰਮਣ ਸਾਹਿਬ ਜੀ ਸਾਡੇ ਸਾਰਿਆਂ ਤੋਂ ਪਹਿਲਾਂ ਦੇ ਉਹ ਕੈਮਰੇ ਦੇ ਵਿੱਚ ਆ ਰਹੇ ਆ। ਉਹ ਪਹਿਲੇ ਬੰਦਿਆਂ ਚੋਂ ਆ ਜਿਨ੍ਹਾਂ ਨੇ ਕੈਮਰੇ ਦੇ ਵਿੱਚ ਆ ਕੇ ਮਾਂ ਬੋਲੀ ਪੰਜਾਬੀ ਬੋਲਣ ਦੀ ਜੁਰਅਤ ਕੀਤੀ। ਵਾਹ ਵਾਹ। ਹਾਂਜੀ, ਤੇ ਅਵੈਸ ਢਿੱਲੋਂ ਸਾਹਿਬ ਨੂੰ ਆਪਣਾ ਅਵੈਸ ਗੁੰਮਨ, ਅਵੈਸ ਘੁੰਮਣ ਸਾਹਿਬ ਨੂੰ ਜੀ ਮੈਂ ਆਪਣਾ ਉਸਤਾਦ ਵੀ ਗਿਣਦਾ। ਬਹੁਤ ਸਾਰੀਆਂ ਗੱਲਾਂ ਉਹਨਾਂ ਤੋਂ ਸਿੱਖੀਆਂ ਵੀ ਕੈਮਰੇ ਦੇ ਵਿੱਚ ਕਿੱਦਾਂ ਬੋਲਣਾ, ਕੀ ਗੱਲ ਕਰਨੀ। ਤੇ ਫਿਰ ਸਾਡੀ ਪੰਜਾਬ ਦੀ ਰਹਿਤਲ ਬਹਿਤਲ ਉਹਨਾਂ ਨੂੰ ਤਾਂ ਖਬਰੇ 10 ਸਾਲ ਹੋ ਗਏ ਦਿਖਾਉਂਦਿਆਂ ਨੂੰ, ਤੇ ਆਪ ਦਾ ਉਹ ਹਿੱਸਾ ਪੂਰਾ ਪਾ ਰਹੇ। ਰੱਬ ਨਾਲ ਸਿਹਤ ਤੰਦਰੁਸਤੀ ਦਾ। ਉਸਤਾਦਾਂ ਦੀ ਜਗ੍ਹਾ ਗਿਣਦੇ ਉਹਨਾਂ ਨੂੰ। ਹਾਂਜੀ, ਉਸਤਾਦਾਂ ਦੀ ਥਾਂ ਗਿਣਦੇ ਆ। ਮੁਲਾਕਾਤ ਹੋਈ ਹੈ ਕਦੇ ਆਪ? ਹਾਂਜੀ, ਉਹਨਾਂ ਨੇ ਮੈਨੂੰ ਇੱਜ਼ਤ ਦਿੱਤੀ। ਇੱਥੇ ਤੋੜ ਆਏ ਸੀ ਮੋਟਰਸਾਈਕਲ ਤੇ। ਵਾਹ 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 ਵਾਹ। ਹਾਂਜੀ, ਮੋਟਰਸਾਈਕਲ ਤੇ ਆਏ? ਮੋਟਰਸਾਈਕਲ ਤੇ ਆਏ ਤੇ ਆਪ ਦੀ ਪੱਗ ਸਿਰ ਤੋਂ ਚੱਕ ਕੇ ਮੇਰੇ ਸਿਰ ਤੇ ਰੱਖੀ। ਵਾਹ ਜੀ ਵਾਹ। ਪੱਗ ਵਟਾਈ ਮੇਰੀ। ਕਿਆ ਕਹਿੰਦੇ ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ। ਵੱਡੀਆਂ ਗੱਲਾਂ, ਤੇ ਮੈਂ ਕਿੱਦਾਂ ਭੁੱਲ ਸਕਦਾ ਉਹਨਾਂ ਨੂੰ। ਬਿਲਕੁਲ ਠੀਕ। ਅਬੈਦੁੱਲਾ ਰਾਜਪੂਤ ਕਬੱਡੀ ਪਲੇਅਰ। ਕਿਆ ਬਾਤ ਆ ਜੀ। ਰੱਬ ਦੀ ਜ਼ਾਤ ਨੂੰ ਸਿਹਤ ਤੰਦਰੁਸਤੀ ਦੇਵੇ, ਲੰਬੀ ਜ਼ਿੰਦਗੀ ਦੇਵੇ, ਰੱਬ ਲੰਬੀਆਂ ਖੇਡਾਂ ਕਰੇ। ਤੇ ਇਸ ਟਾਈਮ ਜੀ ਉਹ ਹਰ ਬੰਦੇ ਦੇ ਦਿਲ ਦੇ ਵਿੱਚ ਆ, ਤੇ ਬੱਲੇ ਬੱਲੇ ਆ। ਰੱਬ ਇਦਾਂ ਹੀ ਬੱਲੇ ਬੱਲੇ ਰੱਖੇ। ਮਲਕ ਬਿਨ ਯਮੀਨ ਹੈ। ਕਿਆ ਬਾਤ ਆ, ਬਹੁਤ ਸੋਹਣਾ ਮੁੰਡਾ। ਉਹ ਵੀ ਉਹੀ ਗੱਲ ਆ ਜਾਂਦੀ ਨਾ, ਕੈਮਰੇ ਸੋਹਣਾ ਸੁਨੇਹਾ ਦੇ ਰਿਹਾ। ਸੋਹਣਾ ਸੁਨੇਹਾ ਦੇ ਰਿਹਾ। ਹਾਂ, ਮੁਲਾਕਾਤ ਹੈ? ਮੈਂ ਨਹੀਂ ਮਿਲਿਆ ਜੀ। ਸ਼ੌਕ ਹੈ? ਹਾਂਜੀ, ਮਿਲਾਂਗੇ। ਇਹ ਤਾਂ ਸਾਡੇ ਹੀਰੋ ਆ ਅਸਲ ਕਬੱਡੀ ਵਾਲੇ। ਤਾਂ ਸਹੀ ਗੱਲ ਹੈ। ਇਹ ਤਾਂ ਮਾਂ ਖੇਡ ਵਾਲੇ ਤਾਂ ਸਾਡੇ ਕਬੱਡੀ ਦੇ ਇਹ ਪਲੇਅਰ, ਇਹ ਸਾਡੇ ਅਸਲ ਹੀਰੋ ਆ ਪੰਜਾਬ ਦੇ। ਇਹ ਤਾਂ ਜਦੋਂ ਵੀ ਕੋਈ ਕਬੱਡੀ ਪਲੇਅਰ ਆਇਆ ਨਾ ਜੀ ਸਾਨੂੰ ਮਿਲਣ ਵਾਸਤੇ, ਜਾਂ ਅਸੀਂ ਕਿਤੇ ਮਿਲੇ ਆ, ਮੈਨੂੰ ਬੜਾ ਚੰਗਾ ਲੱਗਿਆ। ਵਕਾਰ ਪਿੰਡਰ। ਵਕਾਰ ਪਿੰਡਰ ਦੀ ਕਿਆ ਬਾਤ ਆ ਜੀ। ਮੇਰਾ ਭਰਾਵਾਂ ਵਰਗਾ ਉਸਤਾਦ। ਭਰਾਵਾਂ ਵਰਗਾ ਉਸਤਾਦ। ਹਾਂਜੀ, ਦੇਖੋ ਤੁਸੀਂ, ਰੱਬ ਨੇ ਇੰਨਾ ਅਰੂਜ ਦਿੱਤਾ। ਇੰਨਾ ਅਰੂਜ ਬਹੁਤ ਘੱਟ ਲੱਭਦਾ, ਤੇ ਫਿਰ ਵੀ ਉਹ ਮੁੰਡਾ ਉਦਾਂ ਹੀ ਆਪਣੇ ਕੰਮ 'ਚ ਲੱਗਾ ਹੋਇਆ, ਉਦਾਂ ਹੀ ਆਪਣੇ ਮਾਲ ਡੰਗਰ ਨੂੰ। ਵੀ ਹਵਾ ਖਰਾਬ ਨਹੀਂ ਹੋਈ। ਇਹ ਕੋਈ ਥੋੜੀ ਗੱਲ ਨਹੀਂ। ਸਿਆਣੇ ਕਹਿੰਦੇ ਵੀ ਰੱਜ ਮੱਝ ਪਚਾਵੇ, ਹੋਰ ਦਾ ਕਿਸੇ ਦਾ ਕੰਮ ਕੋਈ ਨਹੀਂ। ਤੇ ਜਿੱਦਾਂ ਵਕਾਰ ਪਿੰਡਰ ਨੇ ਆਪਣੀ ਇੱਜ਼ਤ ਸ਼ੋਹਰਤ ਨੂੰ ਪਚਾ ਕੇ ਦਿਖਾਇਆ ਨਾ, ਘੱਟ ਬੰਦੇ ਪਛਾਣਗੇ। ਉਹਨਾਂ ਦੇ ਮਸਲੇ ਵੀ ਹੋਏ ਰਹਿੰਦੇ ਆ। ਹਾਂਜੀ, ਲੜਾਈ ਹੋ ਜਾਂਦੀ ਹੈ, ਝਗੜਾ ਹੋ ਜਾਂਦਾ ਹੈ। ਇਹ ਫਿਰ ਜਦੋਂ ਇਦਾਂ ਦੇ ਫਿਰ ਉਹ ਚੱਲਦਾ ਰਹਿੰਦਾ ਕੰਮ। ਉਹ ਸਿਆਣੇ ਕਹਿੰਦੇ ਆ ਨਾ ਵੀ ਵੱਟੇ ਨੂੰ ਕਿਸੇ ਨੇ ਪੁੱਛਿਆ ਸੀ ਵੀ ਗੋਲ ਕਿਵੇਂ ਹੋਇਆ, ਉਹ ਕਹਿੰਦਾ ਠੁੱਡੇ ਖਾ ਖਾ ਕੇ। ਇਹ ਸ਼ਾਮਾਂ ਵੀ ਬੰਦੇ ਨੂੰ ਸਬਕ ਦਿੰਦੀਆਂ। ਤੇ ਬਰਲ ਮਾੜੀ ਗੱਲ ਆ, ਉਹ ਆਪਣਾ ਕੰਮ ਕਰਦਾ, ਮੂੰਹ ਧਿਆਨੇ ਕੰਮ ਮੁਲਾਕਾਤ ਕਰਦਾ। ਹੈ? ਹਾਂਜੀ, ਇਹ ਬੜੀ ਲੜਾਈ ਪਸੰਦ ਆਦਮੀ ਹੈ। ਹੈਂ? ਲੜਾਈ ਪਸੰਦ ਕਰਦਾ ਹੈ ਵਕਾਰ? ਨਹੀਂ, ਵਕਾਰ ਲੜਾਈ ਨਹੀਂ ਪਸੰਦ ਕਰਦਾ। ਇਹ ਉਵੇਂ ਉਹਦੇ ਤੇ ਪੈ ਜਾਂਦੀਆਂ ਰਾਹ ਜਾਂਦੀਆਂ ਪੈ ਜਾਂਦੀਆਂ, ਨਾ ਚਾਹੁੰਦਿਆਂ ਹੋਏ ਵੀ ਉਹਨਾਂ ਗਲ ਪਿਆ ਢੋਲ ਵਜਾਣਾ ਪੈਂਦਾ। ਯਾਨੀ ਉਹ ਖੁਦ ਜ਼ਾਤੀ ਤੌਰ ਤੇ ਲੜਾਈ ਪਸੰਦ ਨਹੀਂ, ਆਦਮੀ ਹੈ। ਉਹ ਮੁੰਡਾ ਬੜਾ ਧੀਮੇ ਮਜ਼ਾਜ ਦਾ। ਉਹ ਤਾਂ ਐਵੇਂ ਰਾਹ ਜਾਂਦੀ ਗੱਲ ਪਈ ਉਹਦੇ। ਉਹ ਮੁੰਡਾ ਬਹੁਤ ਸਵੱਲਾ। ਉਹ ਤੁਸੀਂ ਦੇਖਿਆ ਨਹੀਂ ਵੀ ਆਪ ਦਾ ਮੂੰਹ ਧਿਆਨੇ ਕੰਮ ਨੂੰ ਲੱਗਾ। ਆਪਾਂ ਤਾਂ ਇਦਾਂ ਹੀ ਦੇਖਿਆ, ਉਹਦਾ ਸੈਲਾਬ ਵਿੱਚ ਉਸਨੂੰ ਸੇਵਾ ਕਰਦਿਆਂ ਦੇਖਿਆ। ਉਹਨੇ ਐਂਡ ਕਰ ਦਿੱਤਾ। ਸ਼ਾਬਾਸ਼ ਨੂੰ। ਪੂਰੇ ਪਾਕਿਸਤਾਨ ਨੇ ਸ਼ਾਬਾਸ਼। ਪੂਰੇ ਪਾਕਿਸਤਾਨ ਚ ਉਸਦੇ ਨਾਲ ਦਾ ਕੰਮ ਨਹੀਂ ਕੀਤਾ। ਬਹੁਤ ਸੋਹਣਾ। ਵੱਡੀਆਂ ਵੱਡੀਆਂ ਤਨਜ਼ੀਮਾਂ ਪਿੱਛੇ ਰਹਿ ਗਈ। ਨਹੀਂ, ਬਹੁਤ ਸੋਹਣਾ ਕੰਮ ਕੀਤਾ ਉਹਨੇ, ਬਹੁਤ ਸੋਹਣਾ। ਦਿਨ ਰਾਤ ਇੱਕ ਕਰ। ਇਦਾਂ ਹੀ ਫਿਰ ਆਪ ਦਾ ਘਰ-ਬਾਰ ਛੱਡਣਾ, ਮਾਲ ਡੰਗਰ ਛੱਡ ਕੇ ਜਾਣਾ ਰੱਬ ਦੀ ਰਾਹ 'ਚ, ਇਹ ਬੜੀ ਗੱਲ ਹੁੰਦੀ। ਮੁਸ਼ਕਲ ਹੁੰਦਾ ਬੜਾ। ਹਾਂ, ਇਹ ਰੱਬ ਤੌਫੀਕ ਦੇਵੇ ਤੇ ਹੁੰਦਾ। ਬੰਦਾ ਕਹੇ ਮੈਂ ਕਰਾਂ, ਨਹੀਂ, ਇਦਾਂ ਨਹੀਂ ਹੁੰਦਾ। ਤੁਹਾਡੇ ਕੋਲ ਇੰਡੀਆ ਤੋਂ ਮਹਿਮਾਨ ਆਏ ਦਿਖਦੇ ਰਹਿੰਦੇ ਨੇ। ਹਾਂਜੀ, ਸਿੱਖ ਯਾਤਰੀ, ਦੂਸਰੇ ਹਾਂਜੀ। ਲੋਕ। ਕੋਈ ਇਹਦੇ ਟਰੈਵਲਿੰਗ ਦਾ ਤੁਸੀਂ ਕੰਮ ਕਰਦੇ ਹੋ ਉਹਨਾਂ ਦੇ ਯਾਤਰੀਆਂ ਲਈ, ਜਾਂ ਵੈਸੇ ਚਾਹ ਕਰਕੇ ਆਉਂਦੇ ਨੇ? ਨਹੀਂ, ਉਹ ਮੈਂ ਕੰਮ ਨਹੀਂ ਕਰਦਾ, ਤੇ ਉਹ ਸਿਰਫ ਮੈਨੂੰ ਮਿਲਣ ਆਉਂਦੇ, ਆਪਣਾ ਘਰ ਸਮਝ ਕੇ ਆਉਂਦੇ। ਤੇ ਤੁਹਾਡਾ ਚਾਹ ਕਰਕੇ ਆਏ ਨਾ? ਹਾਂ, ਚਾਹ ਕਰਕੇ। ਠੀਕ। ਤੇ ਉਹਨਾਂ ਦੀ ਮਿਹਰਬਾਨੀ, ਉਹ ਆਪਣਾ ਘਰ ਸਮਝ ਕੇ ਆਉਂਦੇ ਆ। ਤੇ ਬੜਾ ਚੰਗਾ ਲੱਗਦਾ ਵੀ ਦੇਖੋ ਨਾ, ਵੀ ਪ੍ਰਾਹੁਣਾ ਤਾਂ ਨਾਲ ਦੇ ਪਿੰਡੋਂ ਆਵੇ ਬੰਦਾ ਚੌੜਾ ਹੁੰਦਾ, ਉਹ ਦੂਏ ਮੁਲਕ ਤੋਂ ਆਏ। ਸਹੀ ਗੱਲ ਆ। ਹਾਂ, ਤੇ ਫਿਰ ਉਹਨਾਂ ਨਾਲ ਇੱਕ ਕਹਿ ਲਓ ਵੀ ਸਾਡੀ ਮਾਂ ਬੋਲੀ ਦੀ ਸਾਂਝ ਆ, ਸਾਡੀ ਖੇਡਾਂ ਦੀ ਸਾਂਝ ਆ। ਉਹ ਬੜੀਆਂ ਸਾਂਝਾਂ ਜੀ ਉਹਨਾਂ ਦੇ ਨਾਲ ਰਲ ਗਈਆਂ, ਤੇ ਉਹ ਫਿਰ ਗੱਲਾਂ ਬਾਤਾਂ ਕਰੀਦੀਆਂ, ਉਹਨਾਂ ਨੂੰ ਆਪ ਦਾ ਪੰਜਾਬ ਦਿਖਾਈਦਾ। ਉਹ ਬੜਾ ਚੰਗਾ ਲੱਗਦਾ ਜੀ। ਇਹ ਕੋਈ ਸਪੈਸ਼ਲ ਸੀਜ਼ਨ ਹੁੰਦਾ ਉਹਦੇ ਅੰਦਰ ਆਉਂਦੇ ਆ ਪ੍ਰਾਹੁਣੇ, ਜਾਂ ਪੂਰੇ ਸਾਲ ਹੀ ਚੱਲਦਾ ਰਹਿੰਦਾ? ਨਹੀਂ ਜੀ, ਹੁਣ ਆਪਣੇ ਹੁਣ ਬੈਠੇ ਆ ਜਾਣ ਤਾਂ ਆ ਜਾਣ। ਅਗਲੇ ਦਿਨ ਆਏ ਫਿਲਮਾਂ ਦੇ, ਉਹ ਫਿਲਮਾਂ ਬਣਾਉਣ ਵਾਲੇ, ਉਹ ਉਹਨਾਂ ਦਾ ਨਾਂ ਨਹੀਂ ਮੇਰੇ ਚੇਤੇ, ਅਮਰੀਕਾ ਦੇ ਵਿੱਚੋਂ ਪੰਜਾਬੀ ਫਿਲਮਾਂ ਦੇ ਉਹ ਆ, ਜਿਹੜਾ ਬੰਦਾ ਬਣਾਉਂਦਾ ਨਹੀਂ ਹੁੰਦਾ ਮਗਰ ਡਾਇਰੈਕਟਰ। ਉਹ ਆ। ਠੀਕ ਹੈ। ਉਹ ਇੱਥੇ ਤੋੜ ਆਏ, ਬੜਾ ਚੰਗਾ ਲੱਗਾ ਜੀ। ਤੁਹਾਡਾ ਚਾਹ ਕਰਕੇ ਆਉਂਦੇ ਆ ਨਾ, ਯਾਨੀ ਜਿਹੜੇ ਇੱਥੋਂ ਜਾਂਦੇ ਆ ਫਿਰ ਉਹ ਵੀ ਦੱਸਦੇ ਹੋਣੇ ਆ ਕਿ ਅਗਰ ਪਾਕਿਸਤਾਨ ਜਾਣਾ ਅੰਜਮ ਸਰੋਏ ਨੂੰ ਮਿਲਣਾ। ਹਾਂ, ਇਦਾਂ ਹੁੰਦਾ? ਇਦਾਂ ਉਹ ਦੇਖਦੇ ਸਾਡੀਆਂ ਇਹਦੇ ਚ ਫਿਲਮਾਂ ਦੇਖਦੇ ਕੈਮਰੇ ਚ। ਹਾਂਜੀ, ਠੀਕ ਆ। ਤੇ ਉਹ ਤੁਸੀਂ ਨਾ ਹੁਣ ਵੈਸੇ ਉਹਨਾਂ ਲਈ ਵੀ ਓਪਨ ਸੱਦਾ, ਜਿਹੜਾ ਮਰਜ਼ੀ ਆਵੇ। ਸਤ ਬਿਸਮਿਲ੍ਲਾ ਜੀ। ਸਾਨੂੰ ਤਾਂ ਬੜਾ ਚੰਗਾ ਲੱਗਦਾ। ਪੂਰਾ ਪਿੰਡ ਸਾਡਾ ਰਾਜੀ ਹੁੰਦਾ। ਪਿੰਡ ਮਿਲਣ ਆਂਦਾ, ਇੱਥੇ ਗਾਹ ਪੈ ਜਾਂਦਾ। ਜਿਹੜਾ ਕੋਈ ਸਿੱਖ ਹੁੰਦੇ ਆ, ਜਦੋਂ ਸਰਦਾਰ ਆਉਂਦੇ ਇੱਥੇ ਸਰਦਾਰ ਆਉਂਦੇ। ਹਾਂਜੀ,
ਤੇ ਉਹ ਨਾਲ ਫੈਮਲੀਆਂ ਦੇ ਨਾਲ ਵੀ ਆਉਂਦੇ ਆ, ਤੇ ਫਿਰ ਤੁਹਾਡੀ ਫੈਮਿਲੀ ਵੀ ਸਪੋਰਟਿਵ ਹੈ ਇਸ ਮਾਮਲੇ 'ਚ? ਕੋਈ ਪ੍ਰਾਹੁਣਾ ਆ ਗਿਆ ਤਾਂ ਸੱਤ ਬਿਸਮਿਲ੍ਲਾ। ਨਹੀਂ ਜੀ, ਸਾਡੇ ਕੋਲ 30 ਸਰਦਾਰ ਵੀ ਆਏ, 22 ਸਰਦਾਰ ਆਏ, 40 ਆਏ। ਹਾਂ, ਤੇ ਫਿਰ ਉਹਨਾਂ ਨੇ ਕਿਹਾ ਨਾ ਵੀ ਬਹਿ ਕੇ ਖੇਤਾਂ 'ਚ ਰੋਟੀ ਖਾਣੀ ਹੈ, ਹਾਂਜੀ, ਅਸੀਂ ਖੇਤਾਂ 'ਚ ਲੈ ਗਏ। ਵਾਹ ਫਿਰ ਵਾਹ, ਵਿੱਚੋਂ ਬਾਜੇ ਮਾਸ ਬੋਟੀ ਖਾਂਦੇ, ਬਾਜੇ ਨਹੀਂ ਖਾਂਦੇ। ਫਿਰ ਉਹ ਜਿਹੜੇ ਖਾਂਦੇ ਉਹਨਾਂ ਵਾਸਤੇ ਉਹ ਪਕਾਣਾ, ਜਿਹੜੇ ਨਹੀਂ ਖਾਂਦੇ ਉਹ ਪਕਾਣਾ, ਚਾਹ ਨਾਲ, ਮਜਬੂਰੀ ਨਾਲ ਨਹੀਂ। ਚਾਹ ਨਾਲ। ਹਾਂ, ਸਾਡੇ ਘਰ 'ਚ ਸ਼ੁਰੂ ਤੋਂ ਹੀ ਕਹਿ ਲਓ ਵੀ ਇਹ ਰੁਟੀਨ ਆ, ਤੇ ਉਹ ਘਾਬਰਦੇ ਨਹੀਂ, ਪ੍ਰਾਹੁਣਿਆਂ ਤੋਂ ਨਹੀਂ ਘਾਬਰਦੇ। ਕੋਈ ਚੱਕਰ ਨਹੀਂ ਹੈ। ਹਾਂ, ਤੁਹਾਨੂੰ ਮੈਂ ਅੱਗੇ ਦੱਸਿਆ ਨਹੀਂ ਹੈ। ਹਾਂਜੀ, ਆਖਰੀ ਸਵਾਲ ਤੁਹਾਡੇ ਕੋਲ ਲਵਾਂਗਾ, ਅੱਛਾ ਜੀ। ਜਿਹੜੇ ਨੌਜਵਾਨ ਪੰਜਾਬੀ ਬੋਲਣ ਤੋਂ ਆਪਣੀ ਔਲਾਦ ਨੂੰ ਮਨਾ ਕਰਦੇ ਆ, ਪੰਜਾਬ ਵਿੱਚ ਰਹਿੰਦੇ ਹੋਏ, ਹਾਂਜੀ, ਔਰ ਜਿਹੜੀਆਂ ਮਾਵਾਂ ਮਨਾ ਕਰਦੀਆਂ, ਹਾਂ ਦੇਖੋ ਬੰਦੇ ਦੀ ਕੀ ਚੱਲਦੀ ਹੈ, ਚਲਦੀ ਤਾਂ ਮਾਵਾਂ ਦੀ ਹੈ। ਸਹੀ ਗੱਲ। ਅਗਰ ਮੈਂ ਵੀ ਦੱਸ ਦਿੱਤਾ ਤੇ ਤੁਸੀਂ ਵੀ ਦੱਸ ਦਿੱਤਾ, ਹਾਂਜੀ, ਤੇ ਇਹ ਦੱਸੋ ਜਿਹੜੀਆਂ ਮਾਵਾਂ ਮਨਾ ਕਰਦੀਆਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ, ਉਹਨਾਂ ਲਈ ਕੀ ਪੈਗਾਮ ਦਿਓਗੇ? ਅੱਛਾ ਨਾ, ਸਾਡੀਆਂ ਧੀਆਂ ਨੂੰ ਪੜ੍ਹਾਉਣਾ ਬਹੁਤ ਚੰਗੀ ਗੱਲ ਆ। ਸਾਡੀਆਂ ਜਿਹੜੀਆਂ ਧੀਆਂ ਪੜ੍ਹ ਲਿਖ ਗਈਆਂ ਨਾ, ਉਹ ਜਦੋਂ ਹੁਣ ਘਰ ਵਸਦਾ ਤੇ ਉਹ ਨਿਆਣਿਆਂ ਨੂੰ ਕਹਿੰਦੀਆਂ ਵੀ ਉਰਦੂ ਬੋਲੋ। ਹੁਣ ਮੈਂ ਤੁਹਾਨੂੰ ਦੂਰ ਕੀ ਜਾਣਾ, ਮੈਂ ਤੁਹਾਨੂੰ ਆਪ ਦੀ ਦੱਸ ਦਿੰਦਾ, ਮੇਰੀ ਘਰ ਦੀ ਪੜ੍ਹੀ ਹੈ, ਉਹ ਮੈਂ ਜਿੰਨੀ ਕੁ ਪੰਜਾਬੀ ਸਿਖਾ ਕੇ ਉਹਨੂੰ ਘਰੇ ਘੱਲਦਾ ਨਾ, ਉਹ ਉਰਦੂ ਸਿੱਖ ਕੇ ਆ ਜਾਂਦਾ। ਉਹਨੇ ਉਰਦੂ ਸਿੱਖ ਕੇ ਆ ਜਾਂਦਾ। ਸਾਡਾ ਇਹੀ ਮੁਕਾਬਲਾ ਚੱਲ ਰਿਹਾ, ਉਹ ਉਰਦੂ ਸਿਖਾਉਂਦੀ, ਮੈਂ ਪੰਜਾਬੀ ਸਿਖਾਉਣਾ। ਤੇ ਪਰ ਹੁਣ ਜਿਵੇਂ ਪੰਜਾਬੀ ਦੇ ਵਿੱਚ ਰੱਬ ਨੇ ਇੱਜ਼ਤ ਦਿੱਤੀ ਆ, ਹੁਣ ਪੰਜਾਬੀ ਜਿਵੇਂ ਫਿਲਮਾਂ ਬਣ ਰਹੀਆਂ, ਹੁਣ ਪੰਜਾਬੀ ਦੇ ਜਿਵੇਂ ਕਹਿ ਲਓ ਵੀ ਬੱਲੇ ਬੱਲੇ ਆ, ਹੁਣ ਉਹ ਗੱਲ ਕਹਿੰਦੀ ਆ ਕਿ ਨਹੀਂ ਪੰਜਾਬੀ ਵੀ ਸਿਖਾਵਾਂਗੇ। ਹੁਣ ਹੌਲੀ ਹੌਲੀ ਉਹ ਸਿਖਾ ਰਹੀ ਪੰਜਾਬੀ, ਹੌਲੀ 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 ਦੇਖੋ ਨਾ। ਪਰ ਸਾਡੀਆਂ ਨਹੀਂ ਮੰਨਦੀਆਂ, ਉਹਨਾਂ ਕਿਹਾ ਪੰਜਾਬੀ ਬੱਚਾ ਬਦਤਮੀਜ਼ ਹੋ ਜਾਂਦਾ ਹੈ। ਇਹੀ ਗੱਲ ਮੈਂ ਤੁਹਾਨੂੰ ਅੱਗੇ ਕਰ ਰਿਹਾ ਸੀ ਵੀ ਉਹ ਜਿਹੜੀ ਪੰਜਾਬੀ ਨੂੰ ਕਹਿੰਦੇ ਨਾ ਬਦਤਮੀਜ਼ ਹੋ ਜਾਂਦਾ, ਇਹ ਗੱਲ ਨੂੰ ਆਪਾਂ ਝੂਠ ਸਾਬਤ ਕਰਨਾ ਰਲ ਮਿਲ ਕੇ, ਔਰ ਕੀਤਾ ਵੀ ਆ। ਲੋਕਾਂ ਨੂੰ ਦੱਸਿਆ ਵੀ ਇਹ ਬੜੀ ਇੱਜ਼ਤ ਵਾਲੀ, ਬੜੀ ਪਿਆਰ ਵਾਲੀ, ਬੜੀ ਸਾਂਝ ਵਾਲੀ ਮਿੱਠੀ ਬੋਲੀ ਹੈ, ਰਿਸ਼ਤੇ ਪਗਾਣ ਵਾਲੀ। ਇਹ ਉਹ ਬੋਲੀ ਹੈ ਜਿਹਦੇ ਤੁਸੀਂ ਖੁੱਲ ਕੇ ਆਪਦਾ ਦੁੱਖ ਸੁੱਖ ਦਾ ਇਜ਼ਹਾਰ ਕਰ ਸਕਦੇ। ਜਿਹੜੀ ਮਾਂ ਬੋਲੀ ਪੰਜਾਬੀ ਹੈ ਨਾ ਜੀ, ਇਹਦੇ 'ਚ ਹੁਣ ਤਾਂ ਇਹ ਗੱਲ ਸਬੂਤ ਹੋ ਗਈ ਆ ਵੀ ਇਹਦੇ 'ਚ ਵੀ ਤੁਸੀਂ ਤਰੱਕੀ ਕਰ ਸਕਦੇ ਆ, ਜਿੱਥੇ ਪਹੁੰਚਣਾ ਤੁਸੀਂ ਪਹੁੰਚ ਸਕਦੇ ਆ। ਬਿਲਕੁਲ ਸਹੀ ਗੱਲ ਹੈ। ਆਪਣਾ ਤਾਂ ਚਲੋ ਘਰ ਦੀਆਂ ਨਹੀਂ ਨਾ ਮੰਨ ਰਹੀਆਂ, ਮੈਂ ਗੱਲ ਕਰਦਾ ਬਾਹਰਲੇ ਮੁਲਕ, ਸਾਡੇ ਪਾਕਿਸਤਾਨ ਦੇ ਜਿਹੜੇ ਬੈਠੇ ਬੰਦੇ, ਸਾਡੇ ਪੁੱਤਰ ਬੈਠੇ ਘਰਾਂ, ਬੱਚੇ ਲੈ ਕੇ ਗਏ ਹੋਏ, ਉਹ ਉੱਥੇ ਬਹਿ ਕੇ ਅਮਰੀਕਾ ਕੈਨੇਡਾ 'ਚ ਬਹਿ ਕੇ ਆਪਣੇ ਨਿਆਣਿਆਂ ਨੂੰ ਪੰਜਾਬੀ ਸਿਖਾ ਰਹੇ ਆ। ਬਿਲਕੁਲ ਇਦਾਂ ਹੀ ਹੈ। ਇਹ ਕਾਮਯਾਬੀ ਨਹੀਂ? ਬਿਲਕੁਲ ਕਾਮਯਾਬੀ ਹੈ। ਅੱਛਾ, ਜਿਹੜੇ ਸਰਦਾਰ ਆ ਚੜ੍ਹਦੇ ਪੰਜਾਬ ਦੇ, ਉਹਨਾਂ ਨੇ ਸਬੂਤ ਨਹੀਂ ਕਰਤਾ ਵੀ ਆਪਣੀ ਬੋਲੀ 'ਚ ਤੁਸੀਂ ਕਿੱਥੇ ਮਰਜ਼ੀ ਪਹੁੰਚ ਜਾਓ। ਸਹੀ ਗੱਲ ਹੈ। ਉਂਝ ਬੋਲੀਆਂ ਸਿੱਖੋ, ਸਾਰੀਆਂ ਬੋਲੀਆਂ ਆਣੀਆਂ ਚਾਹੀਦੀਆਂ, ਦੁਨੀਆ 'ਚ ਫਿਰਨਾ ਤੁਰਨਾ, ਪਰ ਆਪਦੀ ਮਾਂ ਬੋਲੀ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖੋ, ਇਹ ਨਹੀਂ ਭੁੱਲਣੀ ਚਾਹੀਦੀ। ਉਹ ਕੋਈ ਨਿਆਣਾ ਸੀ ਨਾ, ਉਹ ਕਿਤੇ ਕਿਸੇ ਦਾ ਮਾਂ ਦਾ ਪੁੱਤ ਗਵਾ ਗਿਆ, ਉਹ 8-10 ਸਾਲ ਹੀ ਲੱਭਿਆ ਨਾ, ਤੇ ਉਹ ਮਾਂ ਨੇ ਪਹਿਲੀ ਗੱਲ ਹੀ ਕੀਤੀ ਵੀ ਬੋਲੀ ਕਿਹੜੀ ਬੋਲਦਾ? ਉਹ ਕਹਿੰਦੇ ਵੀ ਬੋਲੀ ਤਾਂ ਉਹੀ ਜਿਹੜੀ ਤੂੰ ਬੋਲਦੀ। ਕਹਿੰਦੀ ਫਿਰ ਗਵਾਚਿਆ ਨਹੀਂ, ਫਿਰ ਤਾਂ ਲੱਭ ਗਿਆ ਹੀ ਨਹੀਂ। ਬਿਲਕੁਲ ਠੀਕ। ਮੈਨੂੰ ਦੱਸੋ, ਸਮੇਂ ਆਉਂਦੇ ਰਹਿੰਦੇ ਜ਼ਿੰਦਗੀ 'ਚ, ਕੋਈ ਮਾੜਾ ਵਾਕਿਆ ਯਾਦ ਆ ਜ਼ਿੰਦਗੀ ਦਾ ਜਿਹਨੇ ਬਹੁਤ ਤਕਲੀਫ ਦਿੱਤੀ? ਉਹ ਇੱਕ ਤਾਂ ਨਾ ਆਦਲ ਸਾਹਿਬ ਦਿਲ ਦੁਖਿਆ ਵੀ ਜਦੋਂ ਸਲਾਬ ਤੇ ਅਸੀਂ ਨਿਕਲੇ ਆ ਨਾ ਜੀ, ਇੱਕ ਤੇ ਆਪਣੇ ਉਹ ਭੈਣ ਭਰਾਵਾਂ ਦੇ ਹਾਲਾਤ ਦੇਖ ਕੇ ਦਿਲ ਦੁਖਿਆ, ਦੂਆ ਬਹੁਤਾ ਦਿਲ ਇਹ ਦੁਖਿਆ ਵੀ ਦੇਖੋ ਨਾ, ਸਿਆਣੇ ਕਹਿੰਦੇ ਰੱਬ ਨਾ ਮਾਰੇ ਡਾਂਗੀ ਕਲੱਲੀ ਦਿੰਦਾ ਮੱਤ। ਜਿਨ੍ਹਾਂ ਨੂੰ ਰੱਬ ਨੇ ਇੱਜ਼ਤ ਦਿੱਤੀ ਹੈ ਕੈਮਰੇ 'ਚ, ਉਹ ਬੰਦਿਆਂ ਦੇ ਰਾਹੀਂ ਦਿੱਤੀ ਹੈ ਨਾ, ਤੇ ਜਦੋਂ ਬੰਦੇ ਫਸੇ ਹੋਏ ਹੋਣ ਤੇ ਜਿਹੜੇ ਮਸ਼ਹੂਰ ਬੰਦੇ ਆ ਉਹ ਘਰਾਂ 'ਚ ਬੈਠੇ ਰਹਿਣ, ਇਹ ਮਾੜੀ ਗੱਲ ਆ। ਚੜ੍ਹਦੇ ਪੰਜਾਬ ਵਾਲਿਆਂ ਨੇ ਇਹ ਸੁਨੇਹਾ ਦਿੱਤਾ ਵੀ ਜਿਹੜੇ ਉਹਨਾਂ ਦੇ ਗਵਈਏ ਸੀ ਨਾ ਮਸ਼ਹੂਰ, ਉਹਨਾਂ ਨੇ ਪਿੰਡ ਵੰਡ ਲਏ ਵੀ ਆਹ ਪਿੰਡ ਮੇਰੇ ਪਿੰਡ ਗੋਦ ਲੈ ਲਏ। ਸਾਡੇ ਬਹੁਤ ਮਸ਼ਹੂਰ ਬੰਦੇ ਸੀ ਪਰ ਸਲਾਬ ਵਾਸਤੇ ਨਿਕਲੇ ਘੱਟ ਆ। ਫਿਰ ਉੱਥੇ ਐਸੀਆਂ ਸ਼ੈਵਾਂ ਦੇਖਣ ਨੂੰ ਲੱਭੀਆਂ ਵੀ ਹਜੇ ਵੀ ਉਹ ਦਿਮਾਗ 'ਚੋਂ ਨਿਕਲਦੀਆਂ ਨਹੀਂ। ਜਿਵੇਂ ਅਸੀਂ ਕਈ ਕੁਨਬੇ ਭੁੱਖੇ ਬੈਠੇ ਦੇਖੇ, ਕਈ ਮਾੜੇ ਹਾਲਾਤ ਘਰਾਂ 'ਚ ਜਿਵੇਂ ਰੁੜਦੇ ਦੇਖੇ, ਬੰਦੇ ਡੁੱਬੇ ਹੋਏ, ਬਹੁਤ ਮਾੜੇ ਹਾਲਾਤ ਦੇਖ ਕੇ ਆਏ ਆ ਸਲਾਬ ਦੇ ਵਿੱਚ। ਤੇ ਉਹ ਸਭ ਤੋਂ ਬਹੁਤਾ ਜ਼ਿੰਦਗੀ 'ਚ ਦਿਲ ਦੁਖਿਆ ਵੀ ਉਹ ਗੱਲ ਕਿਸੇ ਟਾਈਮ ਚੇਤੇ ਆ ਜਾਵੇ ਨਾ, ਤੇ ਉਹ ਡਰਨ ਆਉਂਦਾ ਵੀ ਰੱਬ ਦੀ ਜ਼ਾਤ ਇਹ ਜੀ ਦੁੱਖ ਤੋਂ ਸਾਡੇ ਪਾਕਿਸਤਾਨ ਨੂੰ ਬਚਾਵੇ, ਪੂਰੀ ਦੁਨੀਆ ਨੂੰ ਬਚਾਵੇ। ਇਹੋ ਜਿਹੀ ਅਜ਼ਮਾਇਸ਼ ਕਿਸੇ ਤੇ ਨਾ ਇਹ ਜੀ ਨਾ ਆਵੇ। ਖੁਸ਼ੀ ਦਾ ਸਮਾਂ ਦੱਸੋ ਜਦੋਂ ਦਿਲ ਅੱਜ ਤੱਕ ਜ਼ਿੰਦਗੀ ਸਭ ਤੋਂ ਜ਼ਿਆਦਾ ਸ਼ਾਦ-ਬਾਦ ਹੋਇਆ? ਸਭ ਤੋਂ ਜ਼ਿਆਦਾ ਖੁਸ਼ੀ ਤਾਂ ਜੀ ਮੈਨੂੰ ਇਹੀ ਆ। ਉਂਝ ਮੈਂ ਕਹਿ ਲਓ ਵੀ ਖਬਰੇ ਕੁਝ ਬਣਨਾ ਸੀ ਕਿ ਨਹੀਂ ਬਣਨਾ ਸੀ, ਐਡੀ ਪੜ੍ਹਾਈ ਤੇ ਹੈ ਨਹੀਂ ਸੀ, ਬਣਨਾ ਕੀ ਸੀ, ਪੱਠੀ ਪਾਣੇ। ਤੇ ਆ ਮਸ਼ਹੂਰ ਹੋਣ ਨਾਲ ਨਾ ਮੇਰਾ ਮਾਂ ਪਿਓ ਖੁਸ਼ ਹੋ ਗਿਆ, ਉਹ ਮੇਰੇ ਤੇ ਰਾਜੀ ਹੈ। ਇਹ ਮੈਨੂੰ ਹਾਂ, ਇਹ ਮੈਨੂੰ ਸਾਰਿਆਂ ਤੋਂ ਵੱਡੀ ਨਾ, ਇਹ ਮਸ਼ਹੂਰ ਕਿੱਦਾਂ ਹੋ ਗਿਆ? ਕਿੱਥਾ ਪਤਾ ਚੱਲਿਆ ਅੱਜ ਅੰਜਮ ਸਰੋਇਆ ਮਸ਼ਹੂਰ ਹੋ ਗਿਆ? ਮੈਂ ਪਹਿਲੀ ਚੜਾਈ ਨਾ ਵੀਡੀਓ ਆਦੀ ਕੱਟਿਆਂ ਦੀ, ਤੇ ਉਹ ਪਹਿਲੀ ਚੜਾ ਕੇ ਤੇ ਮੈਂ ਟਰੈਕਟਰ ਤੇ ਚਲਾ ਗਿਆ, ਉਹ ਕਿੱਲਾ ਖੰਡ ਜ਼ਮੀਨ ਵਾਹ ਕੇ ਮੁੜ ਕੇ ਸ਼ਾਮ ਨੂੰ ਆਇਆ, ਤੇ ਰਿਸ਼ਤੇਦਾਰਾਂ ਦੇ ਟੈਲੀਫੋਨ, ਬੇਲੀਆਂ ਦੇ ਸੱਜੇ ਖੱਬਿਓਂ
ਮੋਬਾਈਲ ਦੇ ਉੱਤੇ, ਮੋਬਾਈਲ ਤੱਤਾ ਹੋਇਆ ਪਿਆ ਸੀ, ਇੰਨੇ ਆਏ ਹੋਏ WhatsApp ਦੇ ਉੱਤੇ ਬੋਲ ਕੇ ਸੁਨੇਹੇ। ਤੇ ਉਹ ਮੈਂ ਜਦੋਂ ਦੇਖਿਆ, ਮੈਂ ਫਿਰ ਜਾ ਕੇ ਜਦੋਂ ਦੇਖਿਆ ਮੇਰੀ 8 ਲੱਖ ਪਹਿਲੀ ਚੱਲ ਗਈ ਵੀਡੀਓ, ਪਹਿਲੀ 8 ਲੱਖ ਚ ਕੀ ਕਹਿੰਦੇ ਸਪੇ ਉਹਦੇ ਚ? ਉਹਦੇ ਚ ਮੇਰੇ ਨਾ ਉਹ ਕੱਟੇ ਰੱਖੇ ਸੀ ਦੇਖ ਕੇ ਵੀਡੀਓ, ਤੇ ਉਹ ਦੁੱਖ ਦੱਸ ਰਿਹਾ ਸੀ ਵੀ YouTube ਦੇਖ ਕੇ ਕਾਰੋਬਾਰ ਨਾ ਕਰੋ, ਇਦਾਂ ਦੀ ਗੱਲ ਕਰ ਰਿਹਾ ਸੀ। ਇਦਾਂ ਦੀ ਗੱਲ ਤਾਂ ਪਹਿਲੀ 8 ਲੱਖ ਤੇ ਚਲੀ ਗਈ। ਹਾਂ। ਫਿਰ ਉਹ ਲੋਕਾਂ ਨੇ ਮੈਸੇਜਾਂ ਨੇ ਮੋਟੀਵੇਟ ਕੀਤਾ ਤੇ ਫਿਰ ਹੋਰ ਬਣਾਏ। ਹਾਂ, ਖਬਰੇ ਮੈਂ ਨਾ ਬਣਾਉਂਦਾ, ਉਹਨਾਂ ਨੇ ਕਿਹਾ ਹਲਾਸ਼ੇਰੀ ਦਿੱਤੀ ਵੀ ਯਾਰ ਤੂੰ ਗੱਲ ਸਹੀ ਕਰੀ ਆ, ਗੱਲ ਸਹੀ ਹੋਣੀ ਚਾਹੀਦੀ ਕੈਮਰੇ 'ਚ। ਵੀ ਉਹ ਦੂਸਰੇ ਜੇ ਇੱਕ ਬੰਦਾ ਜਿਹਨੇ ਹੱਥੀਂ ਕੰਮ ਨਹੀਂ ਕੀਤਾ ਉਹ ਆ ਕੇ ਗੱਲਾਂ ਨਾ ਦੱਸ ਰਿਹਾ, ਤੁਸੀਂ ਹੱਥੀਂ ਕੰਮ ਕਰਕੇ ਦੱਸੋ, ਜਿਹੜੀ ਸੱਚੀ ਗੱਲ ਆ ਉਹ ਲੋਕਾਂ ਤੱਕ ਪਹੁੰਚਾਓ ਵੀ ਤੁਹਾਡਾ ਹੋ ਗਿਆ, ਕਿਸੇ ਹੋਰ ਦਾ ਨੁਕਸਾਨ ਨਾ ਹੋਵੇ। ਇਦਾਂ ਪਸੰਦ ਕੀਤਾ। ਫਿਰ ਹੁਣ ਤੁਸੀਂ Facebook YouTube ਸਾਰਾ ਕੁਝ ਬਣਾ ਲਿਆ? ਹਾਂਜੀ, ਹੁਣ YouTube ਹੀ ਚਲਾਣਾ ਵਾ। ਹਾਲੇ YouTube ਚਲਾਉਂਦੇ ਹੋ? ਹਾਂਜੀ। Facebook ਨਹੀਂ ਬਣਾਇਆ? Facebook ਬਣਾਇਆ, ਉਹਦੇ ਤੇ ਕਦੀ ਕਿਤੇ ਹੀ ਆ, ਬਾਕੀ ਚਲਾਣਾ YouTube ਹੀ ਆ। ਠੀਕ ਹੈ, ਚਲਾਉਂਦੇ YouTube ਹਾਂ। ਹੀ ਹੋ। ਚਲੋ ਬਿਲਕੁਲ ਠੀਕ ਹੈ। ਅੱਲਾਹ ਤਾਲਾ ਤੁਹਾਨੂੰ ਇਤਨੀਆਂ ਇਜ਼ਤਾਂ ਦੇ ਆਮੀਨ ਕਿ ਤੁਸਾਂ ਦਾ 100 ਸਾਲ ਬਾਅਦ ਵੀ ਜ਼ਿਕਰ ਜਿਹੜਾ ਨਾ ਜ਼ਿੰਦਾ ਰਹੇ। ਸਾਡੀ ਇਹ ਦੁਆ ਹੈ ਕਿ ਅੱਲਾਹ ਤੁਹਾਨੂੰ ਉਮਰ ਕਰੇ, ਤੁਹਾਡੇ ਜ਼ਿਕਰ ਨੂੰ ਪੰਜਾਬ ਦੀਆਂ ਕਿਤਾਬਾਂ 'ਚ ਲਿਖਿਆ ਜਾਏ ਕਿ ਅੰਜਮ ਸਰੋਇਆ ਹੋ ਗੁਜ਼ਰਿਆ। ਇਹ ਦਿਲੋਂ ਦੁਆ ਦੇ ਰਹੇ ਹਾਂ ਆਮੀਨ। ਔਰ ਮਨ ਭਰ ਗਿਆ। ਹਾਂ, ਆਮੀਨ। ਤੁਸਾਂ ਨੇ ਵੈਲਕਮ ਨਾਲ, ਤੁਹਾਡੀ ਚਾਹ ਨਾਲ, ਤੁਹਾਡੀ ਗੱਲ ਨਾਲ, ਤੇ ਗੱਲਾਂ ਮੇਰੇ ਕੋਲ ਇਤਨੀਆਂ ਕਿ ਆਪਾਂ 2 ਘੰਟੇ ਹੋਰ ਕਰ ਸਕਦੇ ਆ ਤੇ ਉਹ ਖਤਮ ਨਹੀਂ ਹੋਣੀਆਂ, ਲੇਕਿਨ ਲੋਕਾਂ ਨੂੰ ਵੀ ਬੋਰ ਨਹੀਂ ਕਰਦੇ। ਔਰ ਚੋਈ ਸੇਲਰ ਨਾਲ ਗੋਂਦਲ ਵੀ ਅੱਜ ਤੁਹਾਡੇ ਨਾਲ ਪੋਡਕਾਸਟ ਕਰਨੀ ਐ ਏਦਾਂ ਹੀ। ਅੱਛਾ, ਤੇ ਉਹਨਾਂ ਨੂੰ ਮੌਕਾ ਦਈਏ ਤੇ ਤੁਹਾਡਾ ਸ਼ੁਕਰੀਆ। ਔਰ ਆਖਰੀ ਸੁਨੇਹਾ ਮੇਰੇ ਲਈ ਦੱਸੋ, ਮੈਨੂੰ ਕੀ ਕਰਨਾ ਚਾਹੀਦਾ ਹੈ? ਮਜ਼ਾਜ ਵਿੱਚ ਕੀ ਚੀਜ਼ਾਂ ਜਿਹੜੀਆਂ ਘੱਟ ਕਰਨੀਆਂ ਚਾਹੀਦੀਆਂ? ਨਹੀਂ ਤੁਸੀਂ ਮਾਸ਼ਾਅੱਲਾ ਜੀ ਬਹੁਤ ਸੋਹਣਾ ਬੋਲਦੇ ਆ। ਅੱਲਾਹ ਤਾਲਾ ਆਦਲ ਜੱਟ ਸਾਹਿਬ ਤੁਹਾਨੂੰ ਕਾਮਯਾਬੀ ਦੇਵੇ। ਆਮੀਨ। ਤੇ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ। ਤੁਹਾਡਾ ਮਾਂ ਪਿਓ ਜਿੰਦਾ ਹੈ? ਵਾਲਦ ਜ਼ਿੰਦਾ, ਵਾਲਦਾ ਫੌਤ ਹੋ ਗਿਆ। ਅੱਛਾ, ਤੇ ਬਸ ਇਹੀ ਮੈਂ ਤਾਂ ਕਹੂੰਗਾ ਹੁਣ ਨਾ ਥੋੜਾ ਜਿਹਾ ਮਸ਼ਹੂਰ ਜਿੱਦਾਂ ਤੁਸੀਂ ਮਾਸ਼ਾਅੱਲਾ ਤੁਸੀਂ ਵੀ ਆ, ਤੇ ਮਾਂ ਪਿਓ ਨੂੰ ਟਾਈਮ ਘੱਟ ਦੇ ਹੁੰਦਾ। ਬਿਲਕੁਲ ਇਦਾਂ ਹੀ ਹੈ, ਇਦਾਂ ਹੀ ਆ ਨਾ, ਇਦਾਂ ਹੀ ਹੈ। ਬਸ ਇਸ ਗੱਲ ਤੇ ਮੈਂ ਤਾਂ ਇਹੀ ਤੁਹਾਨੂੰ ਕਹੂੰਗਾ। ਉਂਝ ਮੈਂ ਤੁਹਾਨੂੰ ਕਹਿ ਲਓ ਵੀ ਸੂਰਜ ਨੂੰ ਚਿਰਾਗ ਦਿਖਾਉਣ ਦੀ ਗੱਲ ਆ, ਤੁਸੀਂ ਆਪ ਅਸਤਗਫਿਰੁੱਲਾਹ, ਨਹੀਂ ਅਸਤਗਫਿਰੁੱਲਾਹ। ਮਾਸ਼ਾਅੱਲਾ ਤੁਹਾਡੀਆਂ ਗੱਲਾਂ ਸੁਣੀਆਂ ਨਾ, ਅੱਲਾਹ ਜਾਣੇ ਜਾਣਾ ਸੋਹਣਾ ਬੋਲਦੇ ਆ ਹਰ ਸ਼ੈ। ਅੱਲਾਹ ਉਂਝ ਮੈਂ ਆਪਣੀ ਬੀਤੀ ਦੀ ਗੱਲ ਦੱਸਣ ਲੱਗਾ ਵੀ ਤੁਸੀਂ ਵੀ ਕੈਮਰੇ 'ਚ ਆਉਂਦੇ ਆ, ਵੀ ਦਿਹਾੜੀ ਦੇ ਵਿੱਚ ਨਾ ਇੱਕ ਵਾਰੀ ਜ਼ਰੂਰ ਆਪਣੇ ਪਿਓ ਦਾ ਦੀਦਾਰ ਕਰਿਆ ਕਰ। ਇਦਾਂ ਵਾਦਾ ਹੋ ਗਿਆ। ਹਾਂ, ਇਨਸ਼ਾਅੱਲਾ। ਬਸ ਇਹੀ ਹੁਣ ਤੇ ਦੀਦਾਰ ਮਾਸ਼ਾਅੱਲਾ ਫੋਨ ਆ ਗਏ, ਜਿਹੜਾ ਤੁਹਾਡਾ ਦਿਲ ਕਰੇ ਉਹ ਹੋਣੀ ਚਾਹੀਦੀ ਹੈ, ਦੀਦਾਰ ਹੋ ਜਾਂਦਾ। ਹੋ ਜਾਂਦਾ। ਜਿਉਂਦੇ ਵਾਸਤੇ ਰਹੋ, ਰੱਬ ਕਾਮਯਾਬ ਕਰੇ। ਅੱਲਾਹ ਤੁਹਾਨੂੰ ਇਜ਼ਤਾਂ ਦੇ। ਬਹੁਤ ਸ਼ੁਕਰੀਆ।